ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪੈਸਾ ਤੇ ਲਵ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕੁਝ ਖਾਸ ਮੁੱਦਿਆਂ ਦੇ ਉੱਤੇ। ਗੱਲਬਾਤ ਕਰਨ ਲੱਗੇ ਹਾਂ ਅਸੀਂ ਤੁਹਾਡੀ ਵਸੀਅਤ ਨੂੰ ਲੈ ਕੇ, ਯਾਨੀ ਕਿ ਤੁਹਾਡੀ ਵਿਲ ਨੂੰ ਲੈ ਕੇ। ਨਾਲ ਹੀ ਅਸੀਂ ਗੱਲ ਕਰਾਂਗੇ ਪਾਵਰ ਆਫ ਅਟਰਨੀ ਦੇ ਬਾਰੇ ਵਿੱਚ, ਕਿੰਨੀ ਕੁ ਜ਼ਰੂਰੀ ਹੈ ਇਸ ਦੇ ਬਾਰੇ ਵਿੱਚ ਜਾਣਕਾਰੀ ਤੁਹਾਨੂੰ ਦੇਵਾਂਗੇ। ਆਖਿਰ ਵਸੀਅਤ ਕੀ ਹੈ, ਕਿੰਨੀ ਕੁ ਬਣਾਉਣੀ ਜ਼ਰੂਰੀ ਹੈ, ਵਸੀਅਤ ਬਣਾਉਣ ਲਈ ਕੀ ਸਾਨੂੰ ਬਹੁਤ ਸਾਰੇ ਕਾਨੂੰਨੀ ਪੇਚਾਂ ਵਿੱਚ ਫਸਣਾ ਪੈ ਸਕਦਾ ਹੈ। ਵਸੀਅਤ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਦਿਲਚਸਪ ਮੁੱਦੇ ਉੱਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਟਰੂਪੈਕਸ ਫਾਈਨੈਂਸ਼ੀਅਲ ਤੋਂ ਮਿਸਟਰ ਵਿਕਰਮ ਜੰਜੂਆ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਤਰन ਜੀ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਬਿਲਕੁਲ ਠੀਕ ਹੈ। ਹਰ ਵਾਰੀ ਕੁਝ ਨਾ ਕੁਝ ਨਵੇਂ ਇੰਟਰਸਟਿੰਗ ਟੌਪਿਕ ਲੈ ਕੇ ਆਉਂਦੇ ਹੋ, ਤੇ ਇਸ ਵਾਰੀ ਜਿਹੜਾ ਟੌਪਿਕ ਲੈ ਕੇ ਆਏ ਹੋ, ਮੈਨੂੰ ਲੱਗਦਾ ਮੈਂ ਵੀ ਅੱਜ ਤੱਕ ਇਹ ਟੌਪਿਕ ਕਵਰ ਨਹੀਂ ਕੀਤਾ ਹੈਗਾ ਜੀ। ਅਕਸਰ ਵੈਸੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮੈਨੂੰ ਸੈਕੰਡ ਕਰਦਾ ਹੈ ਕਿ ਆਪਣੀ ਕਮਿਊਨਿਟੀ ਦੇ ਵਿੱਚ ਇਹ ਚੀਜ਼ ਜ਼ਿਆਦਾ ਡਿਸਕਸ਼ਨ ਦੇ ਵਿੱਚ ਨਹੀਂ ਆਉਂਦੀ ਹੈਗੀ, ਕਿਉਂਕਿ ਜਦੋਂ ਵਸੀਅਤ ਦੀ ਗੱਲ ਆਉਂਦੀ ਹੈਗੀ ਆ ਤੇ ਇੱਕ ਕਨਸੈਪਟ ਸਾਡੇ ਦਿਮਾਗ ਦੇ ਵਿੱਚ ਹੈਗਾ ਆ ਕਿ ਜਿੱਦਾਂ ਅਸੀਂ ਆਪਣੇ ਮੁਲਕ ਦੇ ਵਿੱਚੋਂ ਆਏ ਹੈਗੇ ਕਿ ਉੱਥੇ ਆਟੋਮੈਟਿਕਲੀ ਸਾਰੀਆਂ ਚੀਜ਼ਾਂ ਸਾਡੀਆਂ ਹੋ ਜਾਂਦੀਆਂ ਨੇ, ਹਨਾ, ਕਿ ਜਦੋਂ ਪੇਰੈਂਟਸ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹ ਚੀਜ਼ਾਂ ਆਟੋਮੈਟਿਕਲੀ ਸਾਨੂੰ ਆ ਜਾਂਦੀਆਂ ਨੇ ਤੇ ਉਹਦੇ ਵਿੱਚ ਕੋਈ ਟੈਕਸ ਇੰਪਲੀਕੇਸ਼ਨਸ ਵੀ ਨਹੀਂ ਹੁੰਦੀ। ਪਰ ਜਦੋਂ ਅਸੀਂ ਕੈਨੇਡਾ ਦੇ ਸਿਨੈਰੀਓ ਦੇ ਵਿੱਚ ਇਸ ਚੀਜ਼ ਨੂੰ ਗੱਲ ਕਰਦੇ ਹਾਂ ਤੇ ਕੈਨੇਡਾ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਡਿਫਰੈਂਟ ਨੇ। ਸੋ ਇੱਥੇ ਵਸੀਅਤ ਦਾ ਹੋਣਾ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਕਿ ਇੱਥੇ ਹੋਣੀ ਚਾਹੀਦੀ ਹੈ। ਪਰ ਇਹਦੀ ਜ਼ਰੂਰਤ ਕਿਉਂ ਪੈਂਦੀ ਹੈ, ਸਾਨੂੰ ਕਿਉਂ ਵਿਲ ਦੀ ਜ਼ਰੂਰਤ ਹੈ ਇੱਥੇ? ਪਹਿਲੇ ਤਾਂ ਮੈਂ ਥੋੜ੍ਹੇ ਜਿਹੇ ਤੁਹਾਨੂੰ ਦੱਸਾਂ ਕਿ ਜੇ ਅੰਕੜੇ ਆਪਾਂ ਦੇਖੀਏ ਤਾਂ ਲਗਭਗ ਹਾਫ ਆਫ ਕੈਨੇਡੀਅਨਸ ਹੈਗੇ ਜਿਨ੍ਹਾਂ ਦੇ ਕੋਲ ਵਿਲ ਹੈ ਨਹੀਂ ਗੀ। ਔਰ ਸ਼ਾਇਦ ਉਹਦੇ ਵਿੱਚੋਂ ਹਾਫ ਦੇ ਵਿੱਚ ਵੀ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਿ ਵਿਲ ਨੂੰ ਅਜੇ ਜਿਨ੍ਹਾਂ ਨੂੰ ਵਿਲ ਦਾ ਕਨਸੈਪਟ ਦਾ ਨਹੀਂ ਪਤਾ ਹੈਗਾ, ਕਿਉਂਕਿ ਕੁਝ ਐਸੀਆਂ ਚੀਜ਼ਾਂ ਨੇ ਜਿਹਦੇ ਵਿੱਚ ਅਸੀਂ ਸੋਚਦੇ ਹੈਗੇ ਕਿ ਮੈਂ ਅਜੇ ਯੰਗ ਹੈਗਾ, ਮੈਨੂੰ ਵਿਲ ਦੀ ਕੀ ਜ਼ਰੂਰਤ ਹੈਗੀ ਆ, ਜਾਂ ਮੇਰੇ ਕੋਲ ਉਨੀਆਂ ਐਸੈਟਸ ਹੈ ਨਹੀਂ ਗੀਆਂ ਕਿ ਮੈਂ ਵਿਲ ਕਿਉਂ ਬਣਾਵਾਂ, ਹੈ ਨਾ। ਜਾਂ ਫਿਰ ਇੱਕ ਚੀਜ਼ ਇਹ ਵੀ ਸੋਚੀ ਜਾਂਦੀ ਹੈਗੀ ਕਿ ਮੇਰੇ ਤੋਂ ਬਾਅਦ ਇਹ ਜੋ ਵੀ ਪ੍ਰਾਪਰਟੀ ਮੈਂ ਬਣਾਈ ਹੈਗੀ ਆ ਇਹ ਮੇਰੀ ਸਪਾਊਸ ਨੂੰ ਆਪਣੇ ਆਪ ਹੀ ਚਲੀ ਜਾਣੀ ਹੈਗੀ ਆ। ਜਾਂ ਫਿਰ ਕਈ ਇਹ ਵੀ ਸੋਚ ਲੈਂਦੇ ਨੇ ਕਿ ਕੋਈ ਗੱਲ ਨਹੀਂ, ਵਿਲ ਨਹੀਂ ਵੀ ਬਣੀ ਤਾਂ ਗਵਰਨਮੈਂਟ ਨੇ ਆਪਣੇ ਆਪ ਹੀ ਡਿਸਟਰੀਬਿਊਟ ਕਰ ਹੀ ਦੇਣੀ ਹੈਗੀ ਆ। ਲੇਕਿਨ ਜਦੋਂ ਅਸੀਂ ਇਹਦੀਆਂ ਇੰਪਲੀਕੇਸ਼ਨਸ ਦੇਖਦੇ ਹਾਂ ਵਿਲ ਨਾ ਹੁੰਦੀਆਂ, ਤਾਂ ਉਹਦੇ 'ਚ ਕੀ ਹੈਗਾ ਕਿ ਫਿਰ ਜਦੋਂ ਜਿਸ ਵਿਅਕਤੀ ਨੇ ਸਾਰੀ ਉਮਰ ਮਿਹਨਤ ਕਰਕੇ ਆਪਣੀ ਉਹ ਜਮ੍ਹਾਂ ਪੂੰਜੀ ਜੋੜੀ ਹੈਗੀ ਆ, ਹੁਣ ਜਦੋਂ ਡਿਸਟਰੀਬਿਊਸ਼ਨ ਦਾ ਟਾਈਮ ਆਇਆ, ਕਿਉਂਕਿ ਉਹ ਵਿਅਕਤੀ ਤਾਂ ਨਹੀਂ ਰਿਹਾ, ਉਹਦੀ ਡੈਥ ਹੋ ਗਈ, ਹੁਣ ਜਦੋਂ ਡਿਸਟਰੀਬਿਊਸ਼ਨ ਦਾ ਟਾਈਮ ਆਇਆ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਕਿਹਨੂੰ ਕੀ ਦੇਣਾ ਹੈ। ਠੀਕ ਹੈ, ਹੁਣ ਅਗਰ ਮੈਂ ਚਾਹੁੰਦਾ ਕਿ ਰਾਈਟਫੁਲੀ ਜਿਹੜੀ ਚੀਜ਼ ਜਿਸ ਨੂੰ ਮਿਲਣੀ ਚਾਹੀਦੀ ਸੀ, ਜੋ ਉਹ ਡਿਜ਼ਰਵ ਕਰਦਾ, ਜੋ ਮੈਂ ਚਾਹੁੰਦਾ ਸੀ ਕਾਨੂੰਨ ਦੇ ਦਾਇਰੇ ਵਿੱਚ, ਜਿਹੜੀ ਚੀਜ਼ ਜਿਹਨੂੰ ਮਿਲਣੀ ਚਾਹੀਦੀ ਹੈ ਉਸ ਨੂੰ ਮਿਲ ਜਾਵੇ, ਮੈਨੂੰ ਵਿਲ ਬਣਾਉਣੀ ਜ਼ਰੂਰੀ ਹੈਗੀ ਹੈ। ਸੈਕੰਡ, ਮੈਂ ਚਾਹੁੰਦਾ ਹੈਗਾ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਵੀ ਤਰੀਕੇ ਦਾ ਕੋਈ ਝਗੜਾ ਨਾ ਰਵੇ। ਜਿਹੜੇ ਬੈਨੀਫਿਸ਼ਰੀਜ਼ ਹੈਗੇ, ਜਿਹੜੇ ਮੇਰੇ ਬਾਅਦ 'ਚ ਡਿਪੈਂਡੈਂਟਸ ਬਚਦੇ ਨੇ, ਉਹਨਾਂ ਨੂੰ ਕਲੈਰਿਟੀ ਹੋਵੇ ਕਿ ਮੈਂ ਕਿਹਨੂੰ ਕੀ ਚੀਜ਼ ਦੇਣਾ ਚਾਹੁੰਦਾ ਹਾਂ। ਸਭ ਨੂੰ ਇਕੁਅਲੀ ਜੋ ਵੀ ਤੁਸੀਂ ਦੇਣਾ ਚਾਹੁੰਦੇ ਹੋ ਇੱਕੋ। ਕਈ ਵਾਰ ਹੋ ਸਕਦਾ ਕਿ ਸਾਰਿਆਂ ਨੂੰ ਇਕੁਅਲ ਡਿਸਟਰੀਬਿਊਸ਼ਨ ਨਾ ਕਰਨੀ ਹੋਵੇ, ਹੋ ਸਕਦਾ ਕਿ ਮੈਂ ਕਿਸੇ ਨੂੰ ਕੁਝ ਵੱਧ ਜਾਂ ਕਿਸੇ ਨੂੰ ਕੁਝ ਕੋਈ ਦੇਣਾ, ਜਾਂ ਉਹਦੀ ਕਾਬਲੀਅਤ ਦੇ ਮੁਤਾਬਕ ਜਾਂ ਉਹਦੀ ਸਮਝ ਦੇ ਮੁਤਾਬਕ ਦੇਣਾ ਹੋਵੇ। ਹੁਣ ਮੇਰੇ ਕੋਲ ਵਸੀਅਤ ਨਹੀਂ ਹੈਗੀ ਤੇ ਮੈਂ ਡਿਸਾਈਡ ਨਹੀਂ ਕਰ ਪਾ ਰਿਹਾ, ਜਦਕਿ ਮੈਂ ਸਾਰੀ ਉਮਰ ਤਾਂ ਉਸ ਸੰਪਤੀ ਨੂੰ ਇਕੱਠਾ ਕਰਨ ਵਿੱਚ ਲਗਾਤੀ। ਤੀਸਰੀ ਚੀਜ਼, ਕਈ ਵਾਰ ਇਹ ਵੀ ਚੀਜ਼ ਆਉਂਦੀ ਹੈਗੀ ਕਿ ਜਦੋਂ ਹੁਣ ਆਪਾਂ ਵਿਲ ਬਣਾਉਂਦੇ ਹੈਗੇ ਆ ਤੇ ਉਹਦੇ ਨਾਲ ਇੱਕ ਐਗਜ਼ੀਕਿਊਟਰ ਅਪਾਇੰਟ ਕਰਦੇ ਹੈਗੇ। ਹੁਣ ਮੈਂ ਵਿਲ ਬਣਾ ਲਈ, ਲੇਕਿਨ ਮੇਰੇ ਜਾਣ ਤੋਂ ਬਾਅਦ ਕੌਣ ਉਸ ਨੂੰ ਡਿਸਟਰੀਬਿਊਟ ਕਰੇਗਾ? ਅਗਰ ਮੈਂ ਵਿਲ ਨਹੀਂ ਬਣਾਉਂਦਾ ਤੇ ਦੇयर इज नो वन ਜਿਹੜੀ ਮੇਰੀ ਚੁਆਇਸ ਦਾ ਹੈਗਾ, ਫਿਰ ਕੋਰਟ ਉਹਦੇ ਵਿੱਚ ਆ ਕੇ ਐਗਜ਼ੀਕਿਊਟਰ ਬਣਾਏਗੀ। ਲੇਕਿਨ ਜੇ ਮੈਂ ਆਪਣੀ ਵਿਲ ਬਣਾਉਣਾ ਹੈਗਾ ਤਾਂ ਐਟਲੀਸਟ ਮੇਰੇ ਕੋਲ ਇਹ ਰਾਈਟ ਔਰ ਮੇਰੀ ਸਮਝ ਹੈਗੀ ਆ ਕਿ ਮੈਂ ਇਸ ਵਿਅਕਤੀ ਨੂੰ ਕਾਬਿਲ ਸਮਝਦਾ ਜਿਹੜਾ ਵਿਅਕਤੀ ਮੇਰੇ ਜਾਣ ਤੋਂ ਬਾਅਦ ਮੇਰੀ ਪ੍ਰਾਪਰਟੀ ਨੂੰ ਵਧੀਆ ਤਰੀਕੇ ਨਾਲ ਡਿਸਟਰੀਬਿਊਟ ਕਰ ਸਕਦਾ ਹੈਗਾ ਅਮੰਗ ਮਾਈ ਸਟੇਟ, ਤੇ ਮੈਂ ਉਸ ਨੂੰ ਐਗਜ਼ੀਕਿਊਟਰ ਬਣਾ ਸਕਦਾ ਹੈਗਾ। ਹੁਣ ਵਿਲ ਬਣਾਉਣ ਦੇ ਨਾਲ ਇਹ ਚੀਜ਼ ਹੈਗਾ ਕਿ ਮੈਨੂੰ ਐਗਜ਼ੀਕਿਊਟਰ ਬਣਾਉਣ ਦੀ ਇੱਕ ਤਾਕਤ ਮਿਲ ਗਈ, ਤੇ ਜੇ ਮੈਂ ਵਿਲ ਨਹੀਂ ਬਣਾਉਂਦਾ ਤਾਂ ਫਿਰ ਐਗਜ਼ੀਕਿਊਟਰ ਜਿਹੜਾ ਹੈਗਾ ਮੈਨੂੰ ਉਹ ਐਕਸੈਪਟ ਕਰਨਾ ਪਏਗਾ ਜਿਹੜੀ ਗਵਰਨਮੈਂਟ ਮੈਨੂੰ ਅਪਾਇੰਟ ਕਰਕੇ ਦੇਗੀ। ਜੀ, ਤੁਸੀਂ ਐਗਜ਼ੀਕਿਊਟਰ ਦੀ ਗੱਲ ਕੀਤੀ ਹੈ, ਫਿਰ ਇਹਦੇ ਵਿੱਚ ਐਗਜ਼ੀਕਿਊਟਰ ਕੀ ਹੁੰਦਾ ਆ, ਕੌਣ ਬਣ ਸਕਦਾ ਐਗਜ਼ੀਕਿਊਟਰ? ਕੀ ਇਹ ਕੋਈ ਬਾਹਰਲਾ ਬੰਦਾ ਹੋ ਸਕਦਾ ਜਾਂ ਫੈਮਿਲੀ 'ਚ ਕੋਈ ਮੈਂਬਰ ਹੋ ਸਕਦਾ, ਤੇ ਇਹਦੀਆਂ ਡਿਊਟੀਜ਼ ਫਿਰ ਕੀ ਹੋ ਸਕਦੀਆਂ ਨੇ? ਦੇਖੋ, ਜਿਹੜਾ ਐਗਜ਼ੀਕਿਊਟਰ ਹੈਗਾ ਇੱਕ ਬਹੁਤ ਹੀ ਇੰਪੋਰਟੈਂਟ ਕੜੀ ਹੈਗੀ ਹੈ ਇੱਕ ਵਸੀਅਤ ਦੇ ਵਿੱਚ, ਕਿਉਂਕਿ ਵਸੀਅਤ ਲਿਖੀ ਜਾਣ ਤੋਂ ਬਾਅਦ, ਕਿਉਂਕਿ ਵਸੀਅਤ ਦਾ ਮਤਲਬ ਹੈਗਾ ਕਿ ਕਦੋਂ ਸ਼ੁਰੂ ਹੋਏਗੀ ਵਸੀਅਤ? ਜਦੋਂ ਉਹ ਵਿਅਕਤੀ ਦੀ ਡੈਥ ਹੋ ਗਈ, ਕਿਉਂਕਿ ਜਦ ਤੱਕ ਉਹ ਵਿਅਕਤੀ ਜ਼ਿੰਦਾ ਹੈਗਾ ਤਾਂ ਆਪਣੇ ਡਿਸੀਜਨ ਖੁਦ ਲੈ ਰਹੇਗਾ, ਉਹਨੂੰ ਪਤਾ ਕਿ ਮੈਂ ਕਿਸ ਨੂੰ ਕੀ ਚੀਜ਼ ਦੇਣੀ ਹੈਗੀ। ਲੇਕਿਨ ਹੁਣ ਉਹ ਵਿਅਕਤੀ ਨਹੀਂ ਹੈ, ਹੁਣ ਇਸ ਦੇ ਜਾਣ ਤੋਂ ਬਾਅਦ ਅਗਰ ਵਸੀਅਤ ਜਦੋਂ ਖੁੱਲ੍ਹਦੀ ਹੈ, ਜਦੋਂ ਉਹਦੀ ਐਫੀਕੇਸੀ ਸ਼ੁਰੂ ਹੁੰਦੀ ਹੈ, ਉਹਨੇ ਕੰਮ ਕਰਨਾ ਸ਼ੁਰੂ ਕਰਨਾ ਹੈ ਉਸ ਵਿਲ ਨੇ, ਤਾਂ ਉਸ ਦੇ ਵਿੱਚ ਕੀ ਹੈਗਾ ਕਿ ਉਸ ਨੂੰ ਕਿਸ ਤਰੀਕੇ ਨਾਲ ਐਗਜ਼ੀਕਿਊਟ ਕੀਤਾ ਜਾਵੇਗਾ, ਕੌਣ ਵਿਅਕਤੀ ਹੈਗਾ ਜਿਹੜਾ ਕਿ ਇਹ ਡਿਸੀਜਨ ਲਵੇਗਾ, ਜਾਂ ਜਿਹੜਾ ਇਹ ਜਿਹੜੀ ਉਸ ਵਿਅਕਤੀ ਦੇ ਨਾਲ ਜਿਹਦੀ ਡੈਥ ਹੋ ਗਈ ਉਹਦੇ ਨਾਲ ਰਿਲੇਟਡ ਜਿਹੜੇ ਰਿਸਪੌਂਸਿਬਿਲਿਟੀਜ਼ ਹੈਗੀਆਂ। ਕਿਉਂਕਿ ਮੈਂ ਸੰਪਤੀਆਂ ਬਣਾਈਆਂ, ਫॉर ਐਗਜ਼ਾਮਪਲ ਮੈਂ ਹੀ ਆਪਣੀ ਐਗਜ਼ਾਮਪਲ ਹੈ ਨਾ, ਮੈਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ, ਲੇਕਿਨ ਉਹਦੇ ਨਾਲ ਮੇਰੀਆਂ ਦੇਣਦਾਰੀਆਂ ਵੀ ਹੋ ਸਕਦੀਆਂ ਨੇ। ਹੁਣ ਦੇਣਦਾਰੀਆਂ ਕੌਣ ਦੇਵੇਗਾ?
ਮੰਨਿਆ ਇਹ ਜਾਂਦਾ ਹੈਗਾ ਕਿ ਜਦੋਂ ਮੇਰੀ ਡੈਥ ਹੋਵੇਗੀ ਤਾਂ ਉਹਨੂੰ ਡੀਮਡ ਡਿਸਪੋਜੀਸ਼ਨ ਕਹਿੰਦੇ ਨੇ, ਯਾਨੀ ਕਿ ਮਰਨ ਵਾਲੇ ਦਿਨ ਮੈਂ ਆਪਣੀਆਂ ਪ੍ਰਾਪਰਟੀ ਸਾਰੀਆਂ ਸੇਲ ਕਰਕੇ ਗਿਆ ਹੈਗਾ ਤਾਂ ਉਹਦਾ ਬਣਦਾ ਹੋਇਆ ਟੈਕਸ ਮੇਰੀ estate ਨੇ ਪੇ ਕਰਨਾ ਹੈ, ਕਿਉਂਕਿ ਮੇਰੀ estate ਉਸ ਦੀ ਹੱਕਦਾਰ ਹੈਗੀ ਹੈ। ਹੁਣ estate ਨੇ ਅਗਰ ਟੈਕਸ ਪੇ ਕਰਨਾ ਹੈਗਾ ਤੇ ਕੌਣ ਟੈਕਸ ਪੇ ਕਰੇਗਾ estate ਦੇ ਵਿੱਚੋਂ, ਕੌਣ estate ਨੂੰ ਰਿਪਰੈਜ਼ੈਂਟ ਕਰੇਗਾ? ਹੁਣ ਉਹਦੇ ਵਿੱਚ ਮੈਨੂੰ ਐਗਜ਼ੀਕਿਊਟਰ ਅਪਾਇੰਟ ਕਰਨਾ ਪੈਂਦਾ ਹੈਗਾ। ਐਗਜ਼ੀਕਿਊਟਰ ਇੱਕ ਤਰੀਕੇ ਨਾਲ ਫੈਸਿਲਿਟੇਟ ਕਰਦਾ ਹੈ ਇਸ ਚੀਜ਼ ਨੂੰ ਕਿ ਮੈਂ ਅਗਰ ਆਪਣੀ ਸੰਪਤੀ ਕਿਸੇ ਨੂੰ ਛੱਡ ਕੇ ਜਾ ਰਿਹਾ ਹੈਗਾ, ਕਿਹਨੂੰ ਕਿੱਦਾਂ ਦੀ ਸੰਪਤੀ ਮਿਲੇਗੀ, ਕਿਹਨੂੰ ਕਿਹੜੀ ਚੀਜ਼ ਮਿਲਦੀ ਹੈਗੀ ਹੈ, ਨੰਬਰ 1। ਸੈਕੰਡ ਇਹ ਚੀਜ਼ ਹੈਗੀ ਆ ਕਿ ਅਗਰ ਉਹਦੇ ਨਾਲ ਮੇਰੀਆਂ ਕੋਈ ਜ਼ਿੰਮੇਵਾਰੀਆਂ ਜੁੜੀਆਂ ਨੇ, ਫੋਰ ਐਗਜ਼ਾਮਪਲ ਟੈਕਸ ਦੀਆਂ ਲਾਇਬਿਲਿਟੀਜ਼ ਜੁੜੀਆਂ ਨੇ, ਮੇਰੀ ਕੋਈ ਆਊਟਸਟੈਂਡਿੰਗ ਲੋਨ ਪੈਂਡਿੰਗ ਹੈਗਾ, ਤੇ ਐਗਜ਼ੀਕਿਊਟਰ ਨੇ ਉਸ ਚੀਜ਼ ਨੂੰ ਪਹਿਲਾਂ ਸੋਲਵ ਕਰਕੇ ਉਸ ਤੋਂ ਬਾਅਦ ਉਸ ਸੰਪਤੀ ਦੀ, ਉਸ ਪ੍ਰਾਪਰਟੀ ਦੀ ਵੰਡ ਕਰਨੀ ਹੈਗੀ ਹੈ। ਹੁਣ ਜੇ ਐਗਜ਼ੀਕਿਊਟਰ ਨਹੀਂ ਬਣਾਉਂਦੇ ਅਸੀਂ ਤੇ ਉਹਦਾ ਕੀ ਹੋਏਗਾ? ਐਗਜ਼ੀਕਿਊਟਰ ਕਦੋਂ ਨਹੀਂ ਬਣੇਗਾ? ਜਦੋਂ ਮੈਂ ਵਿਲ ਨਹੀਂ ਬਣਾਈ। ਹੁਣ ਮੈਂ ਵਿਲ ਨਹੀਂ ਬਣਾਈ ਤੇ ਮੈਂ ਐਗਜ਼ੀਕਿਊਟਰ ਜਿਹੜਾ ਹੈਗਾ ਫਿਰ ਕੋਰਟ ਦੇ ਰਾਹੀਂ ਮੈਂ ਐਗਜ਼ੀਕਿਊਟਰ ਬਣਾਵਾਂਗਾ, ਯਾਨੀ ਕਿ ਜਿਹੜੇ ਮੇਰੇ estate ਹੈਗੇ ਆ ਕੋਰਟ ਕੋਲ ਜਾਵੇਗੀ, ਕੋਰਟ ਐਗਜ਼ੀਕਿਊਟਰ ਅਪਾਇੰਟ ਕਰੇਗਾ। ਹੁਣ ਕੋਰਟ ਵੱਲੋਂ ਅਪਾਇੰਟ ਕੀਤਾ ਐਗਜ਼ੀਕਿਊਟਰ ਹੋ ਸਕਦਾ ਹੈ ਕਿ ਜਿਹੜੇ ਮੇਰੇ ਬੈਨੀਫੀਸ਼ੀਅਰੀਜ਼ ਹੈਗੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਨਾ ਹੋਵੇ, ਨੰਬਰ 1। ਸੈਕੰਡ ਹੈ ਵੀ ਉਹ ਹੋ ਸਕਦਾ ਕਿ ਕੋਰਟ ਆਪਣਾ ਇੱਕ ਵਿਅਕਤੀ ਅਪਾਇੰਟ ਕਰੇ ਜਿਹਨੂੰ ਐਗਜ਼ੀਕਿਊਟਰ ਕਹਿੰਦੇ ਹੈਗੇ ਨੇ। ਅਗਰ ਉਹ ਐਗਜ਼ੀਕਿਊਟਰ ਅਪਾਇੰਟ ਕਰਦਾ ਹੈਗਾ ਤਾਂ ਐਗਜ਼ੀਕਿਊਟਰ ਵਿਲ ਚਾਰਜ ਅ ਫੀ ਆਲਸੋ। ਪਰ ਇਹਦੀ ਬਜਾਏ ਜਿਸ ਵਿਅਕਤੀ ਨੇ ਵਸੀਅਤ ਬਣਾਈ, ਅਗਰ ਉਹ ਖੁਦ ਆਪਣਾ ਐਗਜ਼ੀਕਿਊਟਰ ਬਣਾਉਂਦਾ ਹੈ ਤਾਂ ਹੋ ਸਕਦਾ ਉਹ ਆਪਣੇ ਵਾਈਫ ਨੂੰ, ਆਪਣੇ ਕਿਸੇ ਅਡਲਟ ਬੱਚੇ ਨੂੰ, ਆਪਣੇ ਕਿਸੇ ਅਡਲਟ ਗ੍ਰੈਂਡਸਨ ਨੂੰ, ਜਾਂ ਆਪਣੇ ਪੇਰੈਂਟਸ ਨੂੰ, ਜਾਂ ਬ੍ਰਦਰ ਸਿਸਟਰ ਨੂੰ, ਕਿਸੇ ਨੂੰ ਵੀ ਐਗਜ਼ੀਕਿਊਟਰ ਬਣਾ ਸਕਦਾ ਹੈਗਾ। ਹੁਣ ਜਦੋਂ ਉਹ ਆਪਣੇ ਕਿਸੇ ਰਿਲੇਟਿਵ ਨੂੰ ਜਾਂ ਆਪਣੇ ਸਿਬਲਿੰਗਸ ਨੂੰ ਜਾਂ ਕਿਸੇ ਵੀ ਆਪਣੇ ਘਰ ਦੇ ਜੀ ਨੂੰ ਐਗਜ਼ੀਕਿਊਟਰ ਬਣਾਉਂਦਾ ਹੈਗਾ ਤਾਂ ਡੈਫੀਨਿਟਲੀ ਹੋ ਸਕਦਾ ਕਿ ਉਹ ਐਗਜ਼ੀਕਿਊਟਰ ਕੋਈ ਵੀ ਫੀ ਚਾਰਜ ਨਾ ਕਰੇ। ਬਿਲਕੁਲ। ਲੇਕਿਨ ਅਗਰ ਕੋਰਟ ਵੱਲੋਂ ਅਪਾਇੰਟ ਕੀਤਾ ਐਗਜ਼ੀਕਿਊਟਰ ਹੈਗਾ ਤਾਂ ਉਹ ਫੀ ਵੀ ਚਾਰਜ ਕਰੇਗਾ। ਹੁਣ ਮੈਂ ਪਹਿਲੇ ਵਿਲ ਨਹੀਂ ਬਣਾਈ ਕਿਉਂਕਿ ਮੈਨੂੰ ਲੱਗਾ ਕਿ ਐਕਸਪੈਂਸਿਵ ਚੀਜ਼ ਹੈ, ਲੇਕਿਨ ਮੇਰੇ ਤੋਂ ਬਾਅਦ ਮੇਰੇ ਜਿਹੜੇ ਬੈਨੀਫੀਸ਼ੀਅਰੀਜ਼ ਜਾਂ ਮੇਰੀ estate ਹੈਗੀ ਆ ਉਹ ਹੁਣ ਕੋਰਟ ਕੋਲ ਜਾ ਰਹੀ ਹੈਗੀ ਹੈ ਐਗਜ਼ੀਕਿਊਟਰ ਬਣਵਾਉਣ ਲਈ, ਤਾਂ ਹੁਣ ਐਗਜ਼ੀਕਿਊਟਰ ਨੂੰ ਫੀ ਦੇ ਰਹੀ ਹੈਗੀ ਹੈ। ਸੋ ਅਗਰ ਤੁਸੀਂ ਇਕਨੋਮੀਜ਼ ਵਾਈਜ਼ ਜਾਂ ਸੇਵਿੰਗ ਵਾਈਜ਼ ਵੀ ਦੇਖੋ ਤੇ ਪਹਿਲੇ ਵਿਲ ਬਣਾਉਣੀ ਉਨੀ ਮਹਿੰਗੀ ਨਹੀਂ ਹੈਗੀ ਜਿੰਨੇ ਕਿ ਬਾਅਦ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਐਗਜ਼ੀਕਿਊਟਰ ਨੇ ਆਪਣੇ। ਹੁਣ ਕਈ ਵਾਰ ਕੀ ਹੁੰਦਾ ਹੈਗਾ ਕਿ ਕਿਸੇ ਪ੍ਰਾਪਰਟੀ ਨੂੰ ਸੈਟਲ ਜਾਂ estate ਨੂੰ ਸੈਟਲ ਹੁੰਦੇ 1 ਸਾਲ ਲੱਗ ਜਾਂਦਾ ਹੈ। ਹੁਣ 1 ਸਾਲ ਤੱਕ ਉਸ ਐਗਜ਼ੀਕਿਊਟਰ ਨੇ ਉਸ ਸਾਰੀ estate ਨੂੰ ਸੰਭਾਲਣਾ ਹੈਗਾ, ਮੈਨੇਜ ਕਰਨਾ। ਅਗਰ ਕੋਈ ਟੈਕਸ, ਅਗਰ ਕੋਈ ਬਿੱਲ, ਅਗਰ ਕੋਈ ਮੌਰਗੇਜ ਆਂਦੀ ਹੈਗੀ ਹੈ, ਪਲੱਸ ਅਗਰ ਕੋਈ ਇਨਵੈਸਟਮੈਂਟਸ ਹੈਗੀਆਂ ਨੇ ਉਹਦੇ ਵਿੱਚ, ਉਹ ਇਨਵੈਸਟਮੈਂਟ ਗਰੋ ਕਰਦੀਆਂ ਨੇ ਤੇ ਐਗਜ਼ੀਕਿਊਟਰ ਨੇ ਉਹਨੂੰ ਸੰਭਾਲਣਾ ਹੈ। ਹੁਣ ਉਸ ਦੀ ਉਹ ਫੀ ਚਾਰਜ ਕਰੇਗਾ। ਤੇ ਹੁਣ ਤੁਸੀਂ ਵਿਲ ਬਣਾ ਕੇ ਅਗਰ ਆਪਣਾ ਐਗਜ਼ੀਕਿਊਟਰ ਬਣਾਉਂਦੇ ਤਾਂ ਹੋ ਸਕਦਾ ਕਿ ਉਹ ਐਗਜ਼ੀਕਿਊਟਰ ਦਾ ਆਪਣਾ ਇੰਟਰਸਟ ਹੁੰਦਾ ਤੇ ਉਹ ਫੀ ਨਾ ਚਾਰਜ ਕਰੇ, ਆਊਟਸਾਈਡਰ ਕਰੇਗਾ। ਹੁਣ ਖਾਸ ਕਰ ਬਿਜ਼ਨੈਸਿਸ ਵਿੱਚ ਆਪਾਂ ਦੇਖਦੇ ਹੈਗੇ ਕਿ ਐਗਜ਼ੀਕਿਊਟਰ ਵਿਲ ਨਹੀਂ ਪ੍ਰਪੇਅਰ ਕੀਤੀ, ਮੈਂ ਬਿਜ਼ਨਸ ਪਰਸਨ ਹੈਗਾ, ਮੈਂ ਵਿਲ ਨਹੀਂ ਪ੍ਰਪੇਅਰ ਕੀਤੀ, ਮੇਰੇ ਜਾਣ ਤੋਂ ਬਾਅਦ ਇਹ ਵੀ ਇੱਕ ਮਿਥ ਹੈਗਾ ਕਿ ਆਟੋਮੈਟਿਕਲੀ ਮੇਰਾ ਬਿਜ਼ਨਸ ਮੇਰੇ ਬੱਚੇ ਸੰਭਾਲ ਲੈਣਗੇ। ਨੋ, ਇਟ ਇਜ਼ ਨਾਟ ਲਾਈਕ ਦੈਟ। ਇਟ ਹੈਜ਼ ਟੂ ਪਾਸ ਥਰੂ ਵੀ ਜਿਹੜੀ ਮਤਲਬ ਉਹਨੂੰ ਕੋਈ ਨਾ ਕੋਈ ਐਗਜ਼ੀਕਿਊਟ ਕਰੇਗਾ ਕਿ ਹਾਂ ਵੀ ਇਹ ਜਿਹੜਾ ਹੈਗਾ ਆ ਜਦ ਤੱਕ ਉਹ ਮੇਰੇ ਬੱਚਿਆਂ ਦੇ ਨਾਮ ਤੇ ਉਹ ਬਿਜ਼ਨਸ ਨਹੀਂ ਆਉਂਦਾ, ਉਸ ਬਿਜ਼ਨਸ ਨੂੰ ਸੰਭਾਲਣ ਲਈ ਐਗਜ਼ੀਕਿਊਟਰ ਚਾਹੀਦਾ ਹੈ। ਹੁਣ ਅਗਰ ਮੰਨ ਲਓ ਮੈਂ ਵਿਲ ਨਹੀਂ ਕੀਤੀ, ਹੁਣ ਮੇਰਾ ਬਿਜ਼ਨਸ ਰਨਿੰਗ ਬਿਜ਼ਨਸ ਹੈਗਾ, ਹੁਣ ਹੂ ਵਿਲ ਟੇਕ ਦ ਡਿਸੀਜਨਸ ਔਨ ਮਾਈ ਬਿਹਾਫ? ਮੈਂ ਤਾਂ ਨਹੀਂ ਰਿਹਾ। ਮੇਰੇ ਬੱਚੇ ਡਿਸੀਜਨ ਨਹੀਂ ਲੈ ਸਕਦੇ ਕਿਉਂਕਿ ਉਹਦੇ ਵਿੱਚ ਉਹਨਾਂ ਦੇ ਵਿਲ ਦੇ ਵਿੱਚ ਕੋਈ ਮੈਂ ਵਿਲ ਨਹੀਂ ਲਿਖੀ ਸੀ। ਹੁਣ ਉਹ ਜਿਹੜਾ ਐਗਜ਼ੀਕਿਊਟਰ ਹੈਗਾ ਜਦ ਤੱਕ ਕੋਰਟ ਉਸ ਐਗਜ਼ੀਕਿਊਟਰ ਨੂੰ ਅਪਾਇੰਟ ਨਹੀਂ ਕਰਦੀ, ਮੇਰੇ ਬਿਜ਼ਨਸ ਨਾਲ ਰਿਲੇਟਡ ਜਿਹੜੇ ਡਿਸੀਜਨ ਹੈਗੇ ਆ ਉਹ ਕੋਈ ਵੀ ਨਹੀਂ ਲੈ ਪਾਏਗਾ। ਤੇ ਹੋ ਸਕਦਾ ਇਨ ਦਾ ਮੀਨ ਟਾਈਮ ਬਿਜ਼ਨਸ ਲਾਸਸ ਦੇ ਵਿੱਚ ਆ ਜਾਣ। ਜਿਹੜੇ ਡਿਸੀਜਨ ਲੈਣ ਲਈ ਆਪਾਂ ਹੋਣਾ ਚਾਹੀਦਾ ਸੀ, ਕੋਈ ਨਾ ਕੋਈ ਆਪਣਾ ਘਰ ਦਾ ਮੈਂਬਰ ਜਾਂ ਐਗਜ਼ੀਕਿਊਟਰ ਹੋਣਾ ਚਾਹੀਦਾ ਸੀ, ਮੇਰੇ ਕੋਲ ਵਿਲ ਹੈ ਨਹੀਂ ਕਿ ਮੈਂ ਐਗਜ਼ੀਕਿਊਟਰ ਨਹੀਂ ਬਣਾਇਆ ਤੇ ਹੁਣ ਕੀ ਹੋਇਆ ਕਿ ਮੇਰਾ ਬਿਜ਼ਨਸ ਜਿਹੜਾ ਹੈਗਾ ਉਹ ਲਾਸਸ ਦੇ ਵਿੱਚ ਚਲਾ ਗਿਆ। ਸੋ ਐਗਜ਼ੀਕਿਊਟਰ ਇਜ਼ ਵੈਰੀ ਇੰਪੋਰਟੈਂਟ। ਤੇ ਇਹ ਜਿਹੜਾ ਤੁਸੀਂ ਪੁੱਛਿਆ ਸੀ ਵੀ ਕੌਣ ਹੋ ਸਕਦਾ ਹੈਗਾ, ਪ੍ਰੈਫਰੇਬਲੀ ਸਪਾਊਸ ਨੰਬਰ 1 ਆਪਾਂ ਲੈਣੇ ਹੈਗੇ, ਫਿਰ ਕੋਈ ਅਡਲਟ ਚਾਈਲਡ ਹੋ ਗਿਆ, ਅਡਲਟ ਗ੍ਰੈਂਡ ਚਾਈਲਡ ਹੋ ਗਿਆ, ਜਾਂ ਉਸ ਤੋਂ ਬਾਅਦ ਫਿਰ ਤੁਹਾਡੇ ਪੈਰੈਂਟਸ ਹੋ ਗਏ, ਜਾਂ ਫਿਰ ਤੁਹਾਡੇ ਬ੍ਰਦਰ ਸਿਸਟਰਸ ਹੋ ਗਏ, ਜਿਹੜੇ ਕਿ ਆਈਡੀਅਲੀ ਸਾਨੂੰ ਜ਼ਿਆਦਾ ਬੈਟਰ ਐਗਜ਼ੀਕਿਊਟਿੰਗ ਮਤਲਬ ਐਗਜ਼ੀਕਿਊਸ਼ਨ ਕਰ ਸਕਦੇ ਨੇ। ਬਿਲਕੁਲ। ਜੇ ਤੁਸੀਂ ਐਗਜ਼ੀਕਿਊਟਰ ਦੀ ਗੱਲ ਕਰਦੇ ਹੋ ਕਿ ਇਹ ਮੈਂਡੇਟਰੀ ਹੁੰਦਾ ਕਿ ਜੇ ਤੁਹਾਨੂੰ ਐਗਜ਼ੀਕਿਊਟਰ ਬਣਾ ਦਿੱਤਾ ਗਿਆ ਕਿ ਤੁਹਾਨੂੰ ਕੋਈ ਨਾ ਕੋਈ ਐਕਟ ਕਰਨਾ ਪਏਗਾ ਕੱਲ ਨੂੰ, ਜਾਂ ਇਹ ਵੀ ਹੋ ਸਕਦਾ ਕਿ ਸਮੇਂ ਰਹਿੰਦੇ ਜੇ ਸਾਨੂੰ ਲੱਗਦਾ ਕਿ ਨਹੀਂ ਇਹਨਾਂ ਤੋਂ ਉਸ ਜ਼ਿੰਮੇਵਾਰੀ ਨਹੀਂ ਸੰਭਾਲੀ ਜਾਣੀ ਤਾਂ ਅਸੀਂ ਇਹਨਾਂ ਨੂੰ ਚੇਂਜ ਕਰ ਸਕਦੇ ਹਾਂ? ਡੈਫੀਨਿਟਲੀ ਜੀ, ਬੜਾ ਇੰਪੋਰਟੈਂਟ ਕੁਐਸਚਨ ਹੈਗਾ ਕਿ ਐਗਜ਼ੀਕਿਊਟਰ ਸਿਰਫ ਐਗਜ਼ੀਕਿਊਟਰ ਨਾਮ ਦਾ ਨਹੀਂ ਹੈਗਾ, ਉਹਦੇ ਉੱਤੇ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈਗੀ ਹੈ। ਐਗਜ਼ੀਕਿਊਟਰ ਦੇ ਉੱਤੇ ਲਾਇਬਿਲਿਟੀਜ਼ ਵੀ ਹੈਗੀਆਂ ਨੇ ਕਿ ਅਗਰ ਕੋਈ ਦੇਣਦਾਰੀ ਬਕਾਇਆ ਰਹਿੰਦੀ ਹੈਗੀ ਆ ਤੇ ਉਹਨੇ ਉਹ ਸਾਰੀ ਜਿਹੜੀ ਐਸੈਟਸ ਹੈਗੀਆਂ ਡਿਸਟ੍ਰੀਬਿਊਟ ਕਰ ਦਿੱਤੀਆਂ, ਬੈਨੀਫੀਸ਼ੀਅਰੀਜ਼ ਵਿੱਚ ਵੰਡ ਦਿੱਤੀਆਂ, ਲੇਕਿਨ ਉਸ ਤੋਂ ਬਾਅਦ ਫਿਰ ਵੀ ਕੋਈ ਰਕਮ ਬਕਾਇਆ ਰਹਿ ਗਈ ਤਾਂ ਫਿਰ ਐਗਜ਼ੀਕਿਊਟਰ ਉਸ ਲਈ ਲਾਇਬਲ ਹੋਵੇਗਾ। ਇਸ ਕਰਕੇ ਐਗਜ਼ੀਕਿਊਸ਼ਨ ਮਤਲਬ ਜਿਹੜੀ ਕਰਨੀ ਹੈਗੀ ਹੈ ਜਾਂ ਐਗਜ਼ੀਕਿਊਟਰ ਕੌਣ ਬਣਨਾ, ਕਿਹਨੂੰ ਬਣਾਉਣਾ ਹੈਗਾ, ਇਹ ਵੀ ਜਦੋਂ ਅਸੀਂ ਵਿਲ ਲਿਖਣੀ ਹੈਗੀ ਉਸ ਵੇਲੇ ਅਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਮੈਂ ਇਸ ਦਾ ਐਗਜ਼ੀਕਿਊਟਰ ਕਿਸ ਨੂੰ ਬਣਾਉਣਾ ਹੈਗਾ। ਅਗਰ ਮੈਂ ਜਿਸ ਨੂੰ ਐਗਜ਼ੀਕਿਊਟਰ ਬਣਾ ਰਿਹਾ ਕੀ ਉਸ ਦੇ ਕਾਬਿਲ ਹੈ,
ਕਿਉਂਕਿ ਮੇਰੀ ਇਮੋਸ਼ਨਲ ਅਟੈਚਮੈਂਟ ਕਿਸੇ ਨਾਲ ਹੋ ਕੇ ਮੈਨੂੰ ਲੱਗਦਾ ਕਿ ਇਹਨੂੰ ਮੈਂ ਐਗਜ਼ੀਕਿਊਟਰ ਬਣਾਦਾ, ਲੇਕਿਨ ਉਹ ਉਸ ਦੇ ਕਾਬਿਲ ਨਾ ਹੋਵੇ। ਹੁਣ ਉਸ ਕਾਬਲੀਅਤ ਦਾ ਨੁਕਸਾਨ ਕੀ ਹੋ ਸਕਦਾ ਹੈਗਾ ਕਿ ਇਮੋਸ਼ਨਲੀ ਹੋ ਕੇ ਉਹ ਫਟਾਫਟ ਡਿਸਟ੍ਰੀਬਿਊਟ ਕਰ ਦੇਵੇ, ਲੇਕਿਨ ਬਾਅਦ ਵਿੱਚ ਪਤਾ ਚੱਲੇ ਕਿ ਇਹਦੇ ਵਿੱਚ ਤਾਂ ਅਜੇ ਉਸ ਯਾਨੀ ਕਿ ਜਿਹੜਾ ਵਿਅਕਤੀ ਡੈਥ ਹੋਈ ਉਹਦੀ ਲਾਇਬਿਲਿਟੀਜ਼ ਰਹਿੰਦੀਆਂ ਸੀ, ਜਿਹਦਾ ਤੁਸੀਂ ਅਜੇ ਟੈਕਸ ਵਾਪਸ ਕਰਨਾ ਹੈਗਾ, ਜਾਂ ਤੁਸੀਂ ਕੋਈ ਮੌਰਗੇਜ ਜਾਂ ਕੋਈ ਲੋਨ ਅਮਾਊਂਟ ਵਾਪਸ ਕਰਨੀ ਹੈ, ਦੇਣਦਾਰੀਆਂ ਰਹਿ ਗਈਆਂ ਲੇਕਿਨ ਤੁਸੀਂ ਫੰਡ ਡਿਸਟ੍ਰੀਬਿਊਟ ਕਰ ਦਿੱਤਾ। ਹੁਣ ਉਸ ਐਗਜ਼ੀਕਿਊਟਰ ਦੀ ਉਸ ਤੇਜ਼ੀ ਦੇ ਨਾਲ ਇਹ ਹੋ ਸਕਦਾ ਕਿ ਐਗਜ਼ੀਕਿਊਟਰ ਉਸ ਦੇ ਲਈ ਲਾਇਬਲ ਹੋ ਜਾਵੇ। ਇੱਕ ਇਹ ਚੀਜ਼ ਹੋ ਗਈ। ਹੁਣ ਸੈਕੰਡ ਇਹ ਚੀਜ਼ ਹੁੰਦੀ ਹੈ ਕਿ ਕਈ ਵਾਰ ਕਿ ਜਿੱਦਾਂ ਮੈਂ ਪਹਿਲੇ ਸਿਨੈਰੀਓ ਦੱਸਿਆ ਕਿ ਐਗਜ਼ੀਕਿਊਟਰ ਨੇ ਬੜੀ ਜਲਦੀ ਦੇ ਵਿੱਚ ਐਕਸ਼ਨ ਲੈ ਲਿਆ ਤਾਂ ਉਹਨੇ ਡਿਸਟ੍ਰੀਬਿਊਟ ਕਰ ਦਿੱਤੀਆਂ ਐਸੈਟਸ, ਤੇ ਹੁਣ ਟੈਕਸ ਦੀ ਲਾਇਬਿਲਿਟੀ ਜਿਹੜੀ ਹੈਗੀ ਆ ਉਹ ਰਹਿ ਗਈ ਬਕਾਇਆ, ਤੇ ਐਗਜ਼ੀਕਿਊਟਰ ਉਹਦੇ ਲਈ ਲਾਇਬਲ ਹੈਗਾ। ਸੈਕੰਡ ਸਿਨੈਰੀਓ ਇਹ ਹੋ ਗਿਆ ਕਿ ਐਗਜ਼ੀਕਿਊਟਰ ਢਿੱਲਾ ਹੈ, ਟਾਈਮ ਸਿਰ ਕੰਮ ਹੀ ਨਹੀਂ ਕਰ ਰਿਹਾ, ਤੇ ਕੋਈ ਇੱਕ ਜਿਹੜਾ ਐਸਟ ਆਪਣਾ ਐਸਟੇਟ ਦਾ ਮੈਂਬਰ ਹੈਗਾ, ਬੈਨੀਫਿਸ਼ਰੀ ਜਿਹੜਾ ਵੀ ਹੈਗਾ ਜਾਂ ਪਰਿਵਾਰਿਕ ਮੈਂਬਰ ਹੈ, ਉਹਨੂੰ ਫਾਈਨੈਂਸਿਸ ਦੀ ਲੋੜ ਹੈਗੀ ਆ, ਜਾਂ ਬਿਜ਼ਨਸ ਨੂੰ ਫਾਈਨੈਂਸਿਸ ਦੀ ਲੋੜ ਹੈਗੀ ਆ ਕਿ ਫਟਾਫਟ ਉਹ ਮਸਲਾ ਸੋਲਵ ਹੋਵੇ, ਉਹ ਜਿਹੜੀ ਪ੍ਰਾਪਰਟੀ ਦੀ ਵੰਡ ਹੋਵੇ ਤਾਂ ਕੰਮ ਅੱਗੇ ਵਧੇ। ਲੇਕਿਨ ਜਿਹੜਾ ਐਗਜ਼ੀਕਿਊਟਰ ਬੜੇ ਸਲੋ ਕੰਮ ਕਰ ਰਿਹਾ ਹੈਗਾ, ਤਾਂ ਉੱਥੇ ਵੀ ਅਗਰ ਕੋਈ ਫਾਈਨੈਂਸ਼ੀਅਲ ਲਾਸਸ ਹੁੰਦੇ ਨੇ ਤਾਂ ਐਗਜ਼ੀਕਿਊਟਰ ਉੱਥੇ ਵੀ ਜ਼ਿੰਮੇਵਾਰ ਹੈਗਾ। ਹੁਣ ਜਿਹੜਾ ਵਿਅਕਤੀ ਇੰਨਾ ਜ਼ਿੰਮੇਵਾਰ ਹੈਗਾ, ਜਿਹਦੇ ਸਿਰ ਤੇ ਇੰਨੀਆਂ ਜ਼ਿੰਮੇਵਾਰੀਆਂ ਨੇ, ਹੁਣ ਉਸ ਦਾ ਮੁਸਤੈਦ ਹੋਣਾ ਜਾਂ ਉਹਦਾ ਨੌਲੇਜੇਬਲ ਹੋਣਾ ਬਹੁਤ ਜ਼ਰੂਰੀ ਹੈਗਾ। ਲੇਕਿਨ ਮੰਨ ਲਓ ਅਗਰ ਐਗਜ਼ੀਕਿਊਟਰ ਨਹੀਂ ਕੰਮ ਕਰ ਰਿਹਾ, ਜਾਂ ਐਗਜ਼ੀਕਿਊਟਰ ਨੂੰ ਲੱਗਦਾ ਕਿ ਦਿਸ ਇਜ਼ ਬਿਯੋਂਡ ਮਾਈ ਕੈਪੈਸਿਟੀ, ਕਿ ਮੈਂ ਨਹੀਂ ਕਰ ਸਕਦਾ, ਤੇ ਉਹ ਇਸ ਤੋਂ ਆਪਣੀ ਇਨਕਾਰੀ ਹੋ ਸਕਦਾ ਹੈ ਕਿ ਮੈਂ ਐਗਜ਼ੀਕਿਊਟਰ ਨਹੀਂ ਹੋਣਾ ਹੈ। ਠੀਕ ਹੈ, ਫਿਰ ਇਹ ਹੈਗਾ ਕਿ ਦੈਨ ਯੂ ਹੈਵ ਟੂ ਅਪਾਇੰਟ ਅ ਨਿਊ ਐਗਜ਼ੀਕਿਊਟਰ। ਅਗਰ ਉਹ ਨਿਊ ਐਗਜ਼ੀਕਿਊਟਰ ਨਹੀਂ ਮਿਲਦਾ ਹੈਗਾ ਤਾਂ ਦੈਨ ਕੋਰਟ ਕੈਨ ਅਪਾਇੰਟ ਐਨ ਐਗਜ਼ੀਕਿਊਟਰ ਫॉर ਯੂ, ਜਿਹੜਾ ਉਸ ਪ੍ਰਾਪਰਟੀ ਨੂੰ ਜਾਂ ਉਸ ਚੀਜ਼ ਨੂੰ ਪ੍ਰੋਪਰਲੀ ਡਿਸਟ੍ਰੀਬਿਊਟ ਕਰੇਗਾ ਸਾਰੀਆਂ ਲਾਇਬਿਲਿਟੀਜ਼ ਤੋਂ ਬਾਅਦ। ਪਰ ਫਿਰ ਉਹੀ ਗੱਲ ਆ ਗਈ ਜਿਹੜੀ ਮੈਂ ਤੁਹਾਨੂੰ ਪਹਿਲੇ ਗੱਲ ਕਹੀ ਹੈ ਵੀ ਜੇ ਤੁਹਾਡਾ ਆਪਣਾ ਐਗਜ਼ੀਕਿਊਟਰ ਹੈਗਾ ਤੇ ਉਹ ਸ਼ਾਇਦ ਫ੍ਰੀ ਆਫ ਕਾਸਟ ਵੀ ਕੰਮ ਕਰ ਜਾਏਗਾ, ਤੇ ਜਿਹੜਾ ਅਪਾਇੰਟਡ ਐਗਜ਼ੀਕਿਊਟਰ ਹੈਗਾ ਉਹਦੀ ਫਿਕਸ ਫੀ ਹੈਗੀ ਹੈ ਜਿਹੜੀ ਕਿ ਤੁਹਾਨੂੰ ਦੇਣੀ ਪਏਗੀ, ਤੇ ਵਿਚ ਕੈਨ ਬੀ ਫॉर ਅ ਈਅਰ ਆਲਸੋ ਵੀ ਜਿਹੜੀ ਹੈਗੀ ਆ। ਸੋ ਜਦੋਂ ਵੀ ਐਗਜ਼ੀਕਿਊਟਰ ਆਪਾਂ ਬਣਾਉਣਾ ਹੈਗਾ ਤੇ ਪਹਿਲੀ ਗੱਲ ਤਾਂ ਵਿਲ ਸਭ ਤੋਂ ਪਹਿਲੀ ਜ਼ਰੂਰੀ ਹੈ, ਕਿਉਂਕਿ ਵਿਲ ਹੋਏਗੀ ਤਾਂ ਐਗਜ਼ੀਕਿਊਟਰ ਬਣੇਗਾ, ਤੇ ਵਿਲ ਤੋਂ ਬਾਅਦ ਐਗਜ਼ੀਕਿਊਟਰ ਦੀ ਚੁਆਇਸ ਵੀ ਕਿਹੜਾ ਐਗਜ਼ੀਕਿਊਟਰ ਬਣਨਾ ਚਾਹੀਦਾ, ਦੈਟ ਸ਼ੁੱਡ ਬੀ ਵੈਰੀ ਡੈਲੀਬਰੇਟਲੀ ਇਹ ਚੀਜ਼ ਹੋਣੀ ਚਾਹੀਦੀ ਕਿ ਹਾਂ ਇਸ ਵਿਅਕਤੀ ਨੂੰ ਮੈਂ ਐਗਜ਼ੀਕਿਊਟਰ ਬਣਾਉਣਾ। ਜਦੋਂ ਤੁਸੀਂ ਐਗਜ਼ੀਕਿਊਟਰ ਦੀ ਗੱਲ ਕਰਦੇ ਹੋ, ਤੁਸੀਂ ਵਿਲ ਦੀ ਇੰਪੋਰਟੈਂਸ ਦੱਸਿਆ ਕਿ ਕਿੰਨੀ ਜ਼ਿਆਦਾ ਇੰਪੋਰਟੈਂਟ ਹੋ ਸਕਦੀ ਹੈ ਅੱਗੇ ਜਾ ਕੇ ਕੋਈ ਡਿਸਪਿਊਟ ਨਾ ਹੋਵੇ, ਜਾਂ ਲਾਇਬਿਲਿਟੀਜ਼ ਦੀ ਜਦੋਂ ਗੱਲ ਆਉਂਦੀ ਆ, ਸੋ ਜਾਂ ਕਿੰਨਾ ਸਮਾਂ ਲੱਗ ਸਕਦਾ, ਜਾਂ ਫਿਰ ਜੇ ਤੁਸੀਂ ਐਗਜ਼ੀਕਿਊਟਰ ਲਗਾਉਣਾ ਉਸ ਤੋਂ ਬਾਅਦ ਤੁਹਾਨੂੰ ਇਹਦੇ ਲਈ ਪੇ ਵੀ ਕਰਨਾ ਪੈ ਸਕਦਾ, ਚਾਰजेस ਵੀ ਉਹ ਲੈ ਸਕਦੇ ਨੇ। ਪਰ ਸਾਡੀ ਕਮਿਊਨਿਟੀ ਵਿੱਚ ਖਾਸ ਤੌਰ ਤੇ ਇਹ ਦੇਖਿਆ ਗਿਆ ਟ੍ਰੈਂਡ ਨਹੀਂ ਹੈਗਾ ਵਿਲ ਬਣਾਉਣ ਦਾ। ਇਹਦਾ ਕੀ ਰੀਜ਼ਨ ਆ ਕਿ ਉਹਨਾਂ ਦੇ ਕੋਲ ਜ਼ਿਆਦਾ ਇਸ ਦੇ ਬਾਰੇ ਵਿੱਚ ਇਨਫੋਰਮੇਸ਼ਨ ਨਹੀਂ ਹੈਗੀ, ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਟਾਈਮ ਕੰਜ਼ਿਊਮਿੰਗ ਹੈਗਾ ਆ, ਕਿ ਇਸ ਕਰਕੇ ਨਹੀਂ ਕਹਿੰਦੇ ਹੈਗੇ ਕਿ ਕੋਈ ਨਹੀਂ ਫਿਰ ਦੇਖੀ ਜਾਊਗਾ, ਫਿਰ ਦੇਖੀ ਜਾਊਗਾ। ਵੈਸੇ ਤਾਂ ਉਹੀ ਹੈ, ਵੈਸੇ ਆਮ ਤੌਰ ਤੇ ਤਾਂ ਇਹੀ ਟ੍ਰੈਂਡ ਹੈਗਾ ਕਿ ਜਾਣਕਾਰੀ ਨਾ ਹੋਣ ਕਰਕੇ, ਔਰ ਸਾਨੂੰ ਲੱਗਦਾ ਕਿ ਸਾਡੇ ਕੋਲ ਹੋਰ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ। ਲੇਕਿਨ ਮੇਰੀ ਇੱਕ ਸੋਚ ਇਹ ਹੈਗੀ, ਮੈਂ ਇਹ ਕਹਿੰਦਾ ਕਿ ਤੁਸੀਂ ਬਹੁਤ ਸਾਰਾ ਕੋਸ਼ਿਸ਼ ਕਰਕੇ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਕਰਦੇ ਹੋ, ਲੇਕਿਨ ਅਗਰ ਸੰਭਾਲਣ ਲਈ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਸੋ ਉਹ ਹੈਗਾ ਕਿ ਉਹੀ ਹੈਗਾ ਕਿ ਕਿਸੇ ਜਗ੍ਹਾ ਇੱਕ ਛੇਦ ਹੋਇਆ ਪਿਆ ਹੈਗਾ, ਉੱਥੋਂ ਪਾਣੀ ਇੱਕ ਪਾਸੋਂ ਨਿਕਲ ਜਾਂਦਾ ਤੇ ਦੂਜੇ ਪਾਸੇ ਜਾਈ ਜਾਂਦਾ ਹੈਗਾ। ਸੋ ਯੂ ਆਰ ਨਾਟ ਮੇਕਿੰਗ ਮਨੀ, ਰਾਦਰ ਯੂ ਆਰ ਲੂਜ਼ਿੰਗ ਮਨੀ ਫॉर दैट। ਜਦ ਤੱਕ ਤੁਸੀਂ ਜਿਹੜੀ ਚੀਜ਼ ਕਮਾਈ ਹੈਗੀ ਉਹਨੂੰ ਸਹੀ ਤਰੀਕੇ ਨਾਲ ਸੰਭਾਲਦੇ ਨਹੀਂ ਹੈਗੇ ਤਾਂ ਯੂ ਆਰ ਨਾਟ ਅ ਗੁੱਡ ਮੈਨੇਜਰ ਆਫ ਦ ਮਨੀ। ਪੈਸਾ ਕਮਾਉਣਾ ਔਰ ਪੈਸੇ ਨੂੰ ਮੈਨੇਜ ਕਰਨ ਲਈ ਅਲੱਗ-ਅਲੱਗ ਲਿਆਕਤ ਚਾਹੀਦੀ ਹੈਗੀ ਹੈ। ਹੁਣ ਤੁਸੀਂ ਪ੍ਰਾਪਰਟੀ ਬਣਾ ਲਈ, ਕਿਸੇ ਵੀ ਤਰੀਕੇ ਨਾਲ ਬੜੀ ਮਿਹਨਤ ਕੀਤੀ, ਪ੍ਰਾਪਰਟੀ ਬਣਾਈ, ਪਰ ਤੁਹਾਡੇ ਜਾਣ ਤੋਂ ਬਾਅਦ ਉਹ ਪ੍ਰਾਪਰਟੀ ਦਾ ਨਾਮੋ ਨਿਸ਼ਾਨ ਹੀ ਨਹੀਂ ਹੈਗਾ ਕਿ ਕਿਸ ਤਰੀਕੇ ਨਾਲ ਡਿਸਟ੍ਰੀਬਿਊਟ ਕੀਤੀ ਜਾਏਗੀ। ਤੁਹਾਡੇ ਜਾਣ ਤੋਂ ਬਾਅਦ ਤੁਸੀਂ ਜਦ ਤੱਕ ਰਹੇ ਹੋ ਤੁਸੀਂ ਹਰ ਚੀਜ਼ ਨੂੰ ਕੰਟਰੋਲ 'ਚ ਰੱਖਿਆ, ਲੇਕਿਨ ਤੁਹਾਡੇ ਜਾਣ ਤੋਂ ਬਾਅਦ ਲਿਟੀਗੇਸ਼ਨਸ ਹੋ ਗਈਆਂ। ਔਰ ਹੁਣ ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਹੈਗੇ ਕਿ ਪ੍ਰਾਪਰਟੀਜ਼ ਦੀਆਂ ਕੀਮਤਾਂ ਵਧੀਆਂ ਨੇ, ਔਰ ਪ੍ਰਾਪਰਟੀਜ਼ ਦੇ ਵਿੱਚ ਇਨਵੈਸਟ ਕਰਨ ਦਾ ਟ੍ਰੈਂਡ ਵਧਿਆ ਹੈਗਾ, ਇੱਕ ਤੋਂ ਜ਼ਿਆਦਾ ਇਨਵੈਸਟਮੈਂਟ ਪ੍ਰਾਪਰਟੀਜ਼ ਲੈਣ ਦਾ ਟ੍ਰੈਂਡ ਵਧਿਆ। ਫਿਰ ਸਾਡੇ ਅਲੱਗ-ਅਲੱਗ ਅਕਾਊਂਟਸ ਹੈਗੇ ਨੇ, ਕਿਤੇ ਰਜਿਸਟਰਡ ਅਕਾਊਂਟ ਹੈਗਾ, ਕਿਤੇ ਅਸੀਂ ਸਟਾਕ 'ਚ ਇਨਵੈਸਟ ਕਰ ਰਹੇ ਹਾਂ, ਕਿਤੇ ਅਸੀਂ ਨਾਨ ਰਜਿਸਟਰਡ ਦੇ ਵਿੱਚ ਇਨਵੈਸਟ ਕਰ ਰਹੇ ਹੈਗੇ ਹਾਂ। ਹੁਣ ਕਿਤੇ ਅਸੀਂ ਓਨਟਾਰੀਓ 'ਚ ਇਨਵੈਸਟ ਕਰ ਰਹੇ, ਕਿਤੇ ਅਸੀਂ ਆਊਟ ਆਫ ਪ੍ਰੋਵਿੰਸ ਕਰ ਰਹੇ ਹਾਂ। ਹੁਣ ਉਹ ਸਾਰੀਆਂ ਇਨਵੈਸਟਮੈਂਟਸ ਇੰਨੀਆਂ ਕੰਪਲੀਕੇਟਡ ਹੈਗੀਆਂ ਨੇ ਕਿ ਜਦੋਂ ਕਿਸੇ ਦੀ ਡੈਥ ਹੁੰਦੀ ਹੈਗੀ ਤਾਂ ਉਸ ਤੋਂ ਬਾਅਦ ਉਹ ਸਾਰੇ ਨੂੰ ਸੋਲਵ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ। ਹੁਣ ਉਹਦੇ ਵਿੱਚ ਬਹੁਤ ਟਾਈਮ ਕੰਜ਼ਿਊਮਿੰਗ ਹੈਗਾ। ਤੁਹਾਡੀ ਬੈਨੀਫਿਸ਼ਰੀਜ਼ ਜਾਂ ਤੁਹਾਡੀ estate ਨੂੰ ਤਾਂ ਪੈਸਾ ਉਸੇ ਵੇਲੇ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਦੇ ਬ੍ਰੈਡ ਅਰਨਰ ਸੀਗੇ, ਤੁਸੀਂ ਚਲੇ ਗਏ, ਲੇਕਿਨ ਹੁਣ ਉਹ ਰਕਮ ਲੈਣ ਲਈ ਸਟਰਗਲ ਕਰੀ ਜਾ ਰਹੇ ਨੇ, ਕੋਰਟਸ ਦੇ ਚੱਕਰ ਲਗਾ ਰਹੇ ਨੇ ਕਿ ਸਾਡਾ ਇਹ ਫੈਸਲਾ ਜਲਦੀ ਹੋਵੇ ਤਾਂ ਕਿ ਅਸੀਂ ਉਸ ਪ੍ਰਾਪਰਟੀ ਨੂੰ ਯੂਜ਼ ਕਰ ਸਕੀਏ। ਲੇਕਿਨ ਹੁਣ ਅਗਰ ਵਿਲ ਨਹੀਂ ਹੈਗੀ ਤੇ ਉਹ ਮਾਮਲਾ ਲਟਕ ਗਿਆ। ਹੁਣ ਸਾਡੀ ਕਮਿਊਨਿਟੀ ਦੇ ਵਿੱਚ ਸ਼ਾਇਦ ਮੈਂ ਮੰਨਦਾ ਹੈਗਾ ਕਿ ਅਜੇ ਤੱਕ ਹੁਣ ਹੌਲੀ-ਹੌਲੀ ਅਵੇਅਰਨੈਸ ਆ ਰਹੀ ਹੈਗੀ ਆ, ਬਟ ਸਟਿਲ ਦੇयर इज ਅ ਲੋਟ ਆਫ ਅਵੇਅਰਨੈਸ ਦੈਟ ਇਜ਼ ਟੂ ਬੀ ਕ੍ਰੀਏਟਡ ਕਿ ਅਸੀਂ ਉਸ ਵਿਲ ਦੀ ਜਿਹੜੀ ਕਨਸੈਪਟ ਹੈਗਾ ਵਿਲ ਤੋਂ ਸ਼ੁਰੂਆਤ ਕਰੀਏ ਕਿ ਵਿਲ ਬਣਾਉਣੀ ਬਹੁਤ ਜ਼ਰੂਰੀ ਹੈਗੀ ਆ। ਔਰ ਤਰਨਜੀਤ ਜਾਣ ਕੇ ਹੈਰਾਨੀ ਹੋਏਗੀ ਕਿ ਇਟਸ ਨਾਟ ਅ ਵੈਰੀ ਐਕਸਪੈਂਸਿਵ ਥਿੰਗ। ਜੇ ਤੁਸੀਂ ਲਾਇਰ ਕੋਲ ਵੀ ਜਾਂਦੇ ਹੋ, ਵੈਸੇ ਤਾਂ ਬੇਸਿਕਲੀ ਹੈਗਾ ਕਿ ਇਟ ਸ਼ੁੱਡ ਬੀ ਮਤਲਬ ਜਿਹੜਾ ਲਾਇਰ ਹੈਗਾ ਦੈਟ ਕੈਨ ਮੇਕ ਅ ਗੁੱਡ ਵਿਲ ਅਗਰ ਤੁਹਾਡੇ ਕੋਲ ਕੰਪਲੀਕੇਟਡ ਇਨਵੈਸਟਮੈਂਟਸ ਹੈਗੀਆਂ ਨੇ। ਤੁਸੀਂ ਖੁਦ ਵੀ ਘਰੇ ਬੈਠ ਕੇ ਵੀ ਜਿੱਦਾਂ ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਕਿੰਨੇ ਤਰ੍ਹਾਂ ਦੀ ਵਿਲਸ ਹੁੰਦੀਆਂ ਨੇ, ਪਰ ਫਿਰ ਵੀ ਹੈਗਾ ਕਿ ਯੂ ਕੈਨ ਮੇਕ ਇਟ ਪ੍ਰੀਪੇਅਰ ਯੂਰ ਬਿਲ ਬਾਈ ਯੋਰਸੈਲਫ ਔਰ ਯੂ ਕੈਨ ਗੋ ਟੂ ਅ ਲਾਇਰ।
ਜੇ ਤੁਸੀਂ ਆਪਣੇ ਆਪ ਕਰਦੇ ਹੋ ਤਾਂ ਫਿਰ ਤਾਂ ਤੁਸੀਂ ਆਪ ਹੀ ਘਰੇ ਬੈਠ ਕੇ ਲਿਖ ਲਿਆ ਕਿ ਆਹ ਚੀਜ਼ ਇਹਨੂੰ ਮਿਲਣੀ ਚਾਹੀਦੀ, ਆਹ ਚੀਜ਼ ਮਿਲਣੀ ਚਾਹੀਦੀ ਹੈ, ਕਿ ਫਿਰ ਤਾਂ ਕੋਈ ਖਰਚਾ ਨਹੀਂ ਹੈਗਾ। ਲੇਕਿਨ ਜੇ ਲਾਇਰ ਦੇ ਕੋਲ ਵੀ ਜਾਂਦੇ ਹੋ ਤਾਂ ਇਟ ਇਜ਼ ਨਾਟ ਵੈਰੀ ਐਕਸਪੈਂਸਿਵ ਵੀ ਅਸੀਂ ਕਹੀਏ ਕਿ ਹਜ਼ਾਰਾਂ ਹੀ ਡਾਲਰ ਲੱਗ ਜਾਣਗੇ। ਲੇਕਿਨ ਪ੍ਰਾਪਰਟੀ ਜਿਹੜੀ ਅਸੀਂ ਡਿਸਟ੍ਰੀਬਿਊਟ ਕਰਨੀ ਹੈ ਉਹ ਲੱਖਾਂ ਡਾਲਰ ਦੀ ਹੈਗੀ ਆ, ਉਹਦੇ ਲਈ $1000 ਖਰਚਣਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ। ਦੂਸਰੀ ਗੱਲ ਹੈਗੀ ਆ ਕਿ ਜਦੋਂ ਸਾਡੇ ਜਾਣ ਤੋਂ ਬਾਅਦ ਲਿਟੀਗੇਸ਼ਨਸ ਹੋਣਗੀਆਂ ਉਦੋਂ ਤੇ ਕਿੰਨੇ ਹਜ਼ਾਰ ਲੱਗ ਜਾਣਗੇ, ਵੀ ਯੂ ਨੈਵਰ ਨੋ। ਸੋ ਲੇਕਿਨ ਸਟਾਰਟਿੰਗ 'ਚ ਵਿਲ ਪ੍ਰਪੇਅਰ ਕਰਨੀ ਕੋਈ ਜ਼ਿਆਦਾ ਐਕਸਪੈਂਸਿਵ ਨਹੀਂ ਹੈ। And how much time consuming it is? ਟਾਈਮ ਕੰਜ਼ਿਊਮਿੰਗ ਇਟਸ ਨਾਟ ਟੂ ਮੱਚ। ਅਗਰ ਤੁਹਾਡੀ ਸਿੰਪਲ ਵਿਲ ਹੈਗੀ ਹੈ ਤਾਂ ਮੈਨੂੰ ਲੱਗਦਾ ਕਿ ਕਿਸੇ ਲਾਇਰ ਦੇ ਨਾਲ ਬੈਠ ਕੇ ਤੁਸੀਂ ਕਰਦੇ ਹੋ ਤਾਂ ਸ਼ਾਇਦ ਅੱਧੇ ਪੌਣੇ ਘੰਟੇ ਦੇ ਵਿੱਚ ਵਿਲ ਤਿਆਰ ਕਰ ਦੇਗਾ। ਐਂਡ ਇਟ ਇਜ਼ ਨਾਟ ਵੈਰੀ ਐਕਸਪੈਂਸਿਵ ਆਲਸੋ। ਜੋ ਮੈਨੂੰ ਲੱਗ ਰਿਹਾ ਹੈਗਾ ਕਿ ਜੋ ਅੰਦਾਜ਼ਾ ਹੈਗਾ ਕਿ $200-250 ਦੇ ਵਿੱਚ ਵਿਲ ਤਿਆਰ ਹੋ ਸਕਦੀ ਹੈਗੀ ਆ, ਸਿੰਪਲ ਜੀ ਵਿਲ ਹੈਗੀ ਆ, ਠੀਕ ਹੈ। ਲੇਕਿਨ ਹਾਂ ਕੁਝ ਆਨਲਾਈਨ ਵੈਬਸਾਈਟਸ ਵੀ ਹੈਗੀਆਂ ਜਿਹੜੀਆਂ $40-50 ਦੇ ਵਿੱਚ ਵੀ ਵਿਲ ਤਿਆਰ ਕਰ ਦਿੰਦੇ, ਪਰ ਉਹਨਾਂ ਦੀਆਂ ਟੇਲਰ ਮੇਡ ਹੈਗੀਆਂ ਨੇ, ਉਹਦੇ ਵਿੱਚ ਤੁਸੀਂ ਨਾਮ ਵਗੈਰਾ ਫਿੱਟ ਕਰ ਦਿੰਦੇ ਹੋ, ਪਰ ਹੋ ਸਕਦਾ ਕਿ ਤੁਹਾਨੂੰ ਸੂਟ ਕਰੇ ਨਾ ਕਰੇ। ਸੋ ਇਟ ਇਜ਼ ਆਲਵੇਜ਼ recommended that you should go to a consultant ਜਿਹੜਾ ਲਾਇਰ ਹੈਗੇ ਨੇ, ਜਿਹੜੇ ਵਿਲ ਪ੍ਰਿਪੇਅਰ ਕਰਦੇ ਨੇ, they can better guide you ਕਿ ਕਿਸ ਤਰੀਕੇ ਨਾਲ ਵਿਲ ਤਿਆਰ ਹੋ ਸਕਦਾ। ਬਿਲਕੁਲ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਹਾਨੂੰ ਇੱਕ ਜਨਰਲ ਜਾਣਕਾਰੀ ਦਿੱਤੀ ਜਾ ਰਹੀ ਹੈ। ਬਾਕੀ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਜਾਂ ਵਿਕਰਮ ਜੰਜੂਆ ਜੀ ਨਾਲ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਲੀਗਲ ਐਡਵਾਈਜ਼ਰ ਨਾਲ ਜਿਹੜੀ ਸਲਾਹ ਲੈ ਸਕਦੇ ਹੋ। ਗੱਲ ਕਰ ਜਦੋਂ ਵਿਲ ਦੀ ਗੱਲ ਆਉਂਦੀ ਹੈ ਕਿ ਸਿਰਫ ਇੱਕ ਹੀ ਵਿਲ ਬਣਾਈ ਜਾ ਸਕਦੀ ਹੈ ਇੱਕ ਟਾਈਮ ਦੇ ਵਿੱਚ, ਜਾਂ ਇੱਦਾਂ ਵੀ ਹੋ ਸਕਦਾ ਕਿ ਇਹਨੂੰ ਟਾਈਮ ਪੀਰੀਅਡ ਵਿੱਚ ਵੰਡਿਆ ਜਾਵੇ, ਜਾਂ ਜ਼ਿਆਦਾ ਇੱਕ ਤੋਂ ਵੱਧ ਵਿਲਸ ਵੀ ਬਣਾਈਆਂ ਜਾ ਸਕਦੀਆਂ ਨੇ? ਜਿੰਨੀਆਂ ਮਰਜ਼ੀ ਵਿਲਸ ਬਣ ਸਕਦੀਆਂ ਜੀ, ਕਿਉਂਕਿ ਮੇਰੇ ਕੋਲ ਅਲੱਗ-ਅਲੱਗ ਪ੍ਰਾਪਰਟੀਆਂ ਹੈਗੀਆਂ ਨੇ, ਮੈਨੂੰ ਅਲੱਗ-ਅਲੱਗ ਪ੍ਰਾਪਰਟੀਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਵੰਡਣਾ ਚਾਹੁੰਦਾ ਹੈਗਾ ਤੇ ਮੇਰੀ ਵਿਲ ਅਲੱਗ-ਅਲੱਗ ਤਰੀਕੇ ਦੀ ਹੋ ਸਕਦੀ ਹੈ। ਬਟ ਫਿਰ ਉਹੀ ਹੈ ਤਰਨ ਜੀ, ਜਿੰਨੀਆਂ ਅਸੀਂ ਕਿਸੇ ਚੀਜ਼ ਨੂੰ ਜ਼ਿਆਦਾ ਕਰਾਂਗੇ ਉਨੀ ਕੰਪਲਿਕੇਸੀ ਵੱਧਦੀ ਜਾਵੇਗੀ, ਠੀਕ ਹੈ। ਕਿਉਂਕਿ ਆਮ ਤੌਰ ਤੇ ਕੀ ਹੁੰਦਾ ਹੈਗਾ ਕਿ ਜਿੱਦਾਂ ਹੁਣ ਮੈਂ ਤੁਹਾਨੂੰ ਹੁਣੀ ਜ਼ਿਕਰ ਕੀਤਾ ਕਿ ਪ੍ਰਾਪਰਟੀਆਂ ਬਹੁਤ ਜ਼ਿਆਦੀਆਂ ਹੋ ਗਈਆਂ ਜਾਂ ਇਨਵੈਸਟਮੈਂਟਸ ਅਲੱਗ-ਅਲੱਗ ਤਰੀਕੇ ਨਾਲ ਹੋ ਗਈਆਂ ਨੇ। ਹੁਣ ਇੱਕ ਵਿਲ ਦੇ ਵਿੱਚ ਕਈ ਵਾਰ ਸਮ ਅਪ ਕਰਨਾ ਉਹਨੂੰ ਮੁਸ਼ਕਲ ਹੋ ਜਾਂਦਾ ਹੈਗਾ, ਨੰਬਰ 1। ਸੈਕੰਡ ਇਹ ਚੀਜ਼ ਹੈਗੀ ਆ ਕਿ ਵਿਲਸ ਦੇ ਵਿੱਚ ਵੀ ਹੁਣ ਰਿਲੇਸ਼ਨਸ਼ਿਪਸ ਵੀ ਬੜੇ ਡਿਫਰੈਂਟ ਤਰੀਕੇ ਦੇ ਹੋ ਗਏ ਨੇ। ਮੈਰਿਜਸ ਜਿਹੜੀਆਂ ਹੈਗੀਆਂ ਨੇ, ਹੁਣ ਇੱਕ ਮੈਰਿਜ ਤੋਂ ਜ਼ਿਆਦਾ ਮੈਰਿਜਸ ਹੈਗੀਆਂ ਨੇ ਜਿਹੜੀਆਂ ਕਿ ਮਤਲਬ ਕਿ ਡਾਈਵੋਰਸ ਹੋਣ ਤੋਂ ਬਾਅਦ ਉਹ ਬੱਚੇ ਹੈਗੇ ਨੇ, ਉਹਨਾਂ ਦੀ ਵਿਲ ਕਿਸ ਤਰੀਕੇ ਨਾਲ, ਉਹਨਾਂ ਨੂੰ ਪ੍ਰਾਪਰਟੀ ਕਿਵੇਂ ਮਿਲਣੀ ਹੈਗੀ ਹੈ, ਜਾਂ ਜਿਹੜੇ ਦੂਸਰੀ ਮੈਰਿਜ ਤੋਂ ਬੱਚੇ ਹੈਗੇ ਆ ਜਾਂ ਤੀਸਰੀ ਮੈਰਿਜ ਤੋਂ ਬੱਚੇ ਹੈਗੇ ਉਹਨਾਂ ਨੂੰ ਕਿੱਦਾਂ ਮਿਲਣਾ ਹੈਗਾ। ਯੂ ਕੈਨ ਪ੍ਰਿਪੇਅਰ ਡਿਫਰੈਂਟ ਵਿਲਸ, ਠੀਕ ਹੈ। ਲੇਕਿਨ ਇਹ ਹੈਗਾ ਕਿ ਇਹ ਤੁਹਾਨੂੰ ਲਾਇਰ ਜ਼ਿਆਦਾ ਬੈਟਰ ਗਾਈਡ ਕਰ ਸਕਦਾ ਕਿ ਤੁਹਾਡੀ ਸਿਚੁਏਸ਼ਨ ਦੇ ਮੁਤਾਬਕ ਕਿਹੜੀ ਵਿਲ ਤੁਹਾਨੂੰ ਬੈਟਰ ਹੈਗੀ ਆ। ਈਦਰ ਯੂ ਕੈਨ ਗੋ ਵਿਦ ਵਨ ਵਿਲ ਔਰ ਯੂ ਕੈਨ ਹੈਵ ਮਲਟੀਪਲ ਵਿਲ ਐਟ ਦ ਸੇਮ ਟਾਈਮ। ਲੇਕਿਨ ਸਿਰਫ ਇਹਦੇ ਵਿੱਚ ਇੱਕ ਇੰਪੋਰਟੈਂਟ ਇਹ ਚੀਜ਼ ਹੈਗੀ ਕਿ ਮੰਨ ਲਵੋ ਮੈਂ ਇੱਕ ਵਿਲ ਬਣਾਈ, ਉਸ ਵਿਲ ਦੇ ਵਿੱਚ ਮੈਨੂੰ ਲੱਗਦਾ ਹੈਗਾ ਕਿ ਨਹੀਂ ਹੁਣ ਇਹ ਵਿਲ ਠੀਕ ਨਹੀਂ ਹੈਗੀ, ਆਈ ਵਾਂਟ ਟੂ ਚੇਂਜ ਦੈਟ ਵਿਲ, ਤਾਂ ਮੈਨੂੰ ਉਹ ਪਹਿਲੀ ਵਿਲ ਖਤਮ ਜਾਂ ਡਿਸਟਰੋਏ ਕਰਕੇ ਹੀ ਨਵੀਂ ਵਿਲ ਬਣਾਉਣੀ ਚਾਹੀਦੀ ਹੈਗੀ। ਜੇ ਉਹ ਪੁਰਾਣੀ ਵਿਲ ਬਚੀ ਰਹਿ ਜਾਂਦੀ ਹੈਗੀ ਆ ਤੇ ਉਸ ਵਿਲ ਨੂੰ ਵੀ ਕੋਰਟ ਕੀਤਾ ਜਾ ਸਕਦਾ ਹੈ, ਕਦੀ ਲਿਟੀਗੇਸ਼ਨ ਉਸ ਵਿਲ ਕਰਕੇ ਵੀ ਹੋ ਸਕਦੀ ਹੈਗੀ। ਸੋ ਆਈ ਕੈਨ ਪ੍ਰਿਪੇਅਰ ਨੰਬਰ ਆਫ ਵਿਲਸ, ਨੋ ਵਰੀਜ਼। ਹਰ ਬਿਜ਼ਨਸ ਦੀ ਮੇਰੀ ਅਲੱਗ ਵਿਲ ਹੋ ਸਕਦੀ ਹੈ, ਮੇਰੀ ਆਪਣੀ ਹੋਰ ਕਿਸੇ ਪ੍ਰਾਪਰਟੀ ਦੀ ਅਲੱਗ ਵਿਲ ਹੋ ਸਕਦੀ ਹੈ। ਪ੍ਰੋਵਿੰਸ ਵਾਈਜ਼ ਵੀ ਵਿਲਸ ਅਲੱਗ ਹੁੰਦੀਆਂ ਨੇ, ਕਿਉਂਕਿ ਇਹ ਵਿਲਸ ਜਿਹੜੀ ਹੈਗੀ ਹੈ ਪ੍ਰੋਵਿੰਸ ਦੇ ਹਿਸਾਬ ਨਾਲ ਕੰਮ ਕਰਦੀਆਂ ਨੇ। ontario ਵਾਲੀ ਜਿਹੜੀ ਵਿਲ ਹੈਗੀ ਹੈ ontario ਦੇ ਵਿੱਚ ਕੰਮ ਕਰੇਗੀ। ਕੁਝ ਰੂਲਸ ਐਂਡ ਰੈਗੂਲੇਸ਼ਨ ਜਿਹੜੇ BC ਨੂੰ ਜਾਂ ਅਲਬਰਟਾ ਨੂੰ ਪਰਟੇਨ ਕਰਦੇ ਨੇ, ਉਹ ਉੱਥੇ ਵਿਲ ਦੇ ਉਹ ਰੂਲਸ ਚੱਲਦੇ ਨੇ। ਸੋ ਅਗਰ ਤੁਹਾਡੀ ਪ੍ਰਾਪਰਟੀ ਕਿਤੇ ਹੋਰ ਪ੍ਰੋਵਿੰਸਸ ਦੇ ਵਿੱਚ ਹੈਗੀ ਹੈ ਤੇ ਯੂ ਕੈਨ ਹੈਵ ਮਲਟੀਪਲ ਵਿਲਸ ਦਾ। ਜਦੋਂ ਮਲਟੀਪਲ ਵਿਲਸ ਦੀ ਗੱਲ ਆਉਂਦੀ ਹੈ, ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਕਿ ਅਸੀਂ ਆਪਣੀ ਬਿੱਲ ਦੇ ਵਿੱਚ ਜੇ ਕੋਈ ਚੇਂਜਸ ਕਰਨਾ ਚਾਹੁੰਦੇ ਹਾਂ ਸਮੇਂ ਦੇ ਨਾਲ, ਉਹ ਚੇਂਜਸ ਵੀ ਹੋ ਸਕਦੇ ਆ ਜਾਂ ਨਹੀਂ, ਸਾਨੂੰ ਸਾਰੀ ਦੁਬਾਰਾ ਤੋਂ ਨਵੀਂ ਬਣਾਉਣੀ ਪੈਣੀ ਆ? ਦੇਖੋ ਉਹਦੇ ਵਿੱਚ ਹੈਗਾ ਕਿ ਦੋ ਚੀਜ਼ਾਂ ਹੈਗੀਆਂ ਨੇ। ਇਫ ਤਾਂ ਅਗਰ ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਚੇਂਜ ਹੈਗਾ ਆ ਔਰ ਬਹੁਤ ਕੁਝ ਤੁਸੀਂ ਐਡ ਜਾਂ ਉਹਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਯੂ ਹੈਵ ਟੂ ਪ੍ਰਿਪੇਅਰ ਅ ਨਿਊ ਵਿਲ। ਫਿਰ ਉਹਦੇ 'ਚ ਉਹੀ ਗੱਲ ਹੈਗੀ ਕਿ ਪੁਰਾਣੀ ਵਿਲ ਡਿਸਟਰੋਏ ਕਰਕੇ ਨਵੀਂ ਵਿਲ ਤੁਸੀਂ ਬਣਾ ਲਓ ਤਾਂ ਕਿ ਕੋਈ ਲਿਟੀਗੇਸ਼ਨ ਦਾ ਚਾਂਸ ਨਾ ਹੋਵੇ। ਲੇਕਿਨ ਅਗਰ ਤੁਸੀਂ ਕੁਝ ਛੋਟੀ ਮੋਟੀ ਅਮੈਂਡਮੈਂਟ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਇੱਕ ਕੋਡਿਸਲਸ ਕਹਿੰਦੇ ਆ ਜਾਂ ਅਮੈਂਡਮੈਂਟ ਪੇਪਰ ਹੁੰਦਾ ਹੈਗਾ, ਤੁਸੀਂ ਉਹਦੇ ਨਾਲ ਅਟੈਚ ਕਰਕੇ ਕਿ ਮੇਰੀ ਇਹ ਵਿਲ ਐਜ਼ ਇਟ ਇਜ਼ ਹੈਗੀ ਆ ਪਰ ਹੁਣ ਇਹਦੇ ਵਿੱਚ ਆਹ ਚੇਂਜ ਕਰਨਾ ਚਾਹੁੰਦੇ ਹੈਗੇ ਤਾਂ ਯੂ ਕੈਨ ਚੇਂਜ ਦੈਟ ਵਿਲ, ਇਟਸ ਨਾਟ ਅ ਪ੍ਰੋਬਲਮ। ਤੁਸੀਂ ਉਹਦੇ ਵਿੱਚ ਕੋਈ ਵੀ ਚੀਜ਼ ਐਡੀਸ਼ਨ ਜਾਂ ਡਿਲੀਸ਼ਨ ਕਰ ਸਕਦੇ ਹੋ, ਉਹਨੂੰ ਕੋਡਿਸਲਸ ਕਹਿੰਦੇ ਨੇ। ਸੋ ਅਮੈਂਡਮੈਂਟ ਲੈਟਰ ਲਗਾ ਕੇ ਦੈਟ ਕੈਨ ਬੀ, ਮਤਲਬ ਉਹ ਵੀ ਵਿਲ ਦਾ ਹੀ ਪਾਰਟ ਬਣ ਜਾਂਦੇ ਆ ਤੇ ਫਿਰ ਉਹੀ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਓਰੀਜਨਲ ਵਿਲ ਤੇ ਲੱਗਦੇ ਨੇ ਉਹੀ ਉੱਤੇ ਲੱਗਦੇ ਆ। ਜੀ ਬਿਲਕੁਲ, ਇਹਦੇ ਨਾਲ ਅਸੀਂ ਪਾਵਰ ਆਫ ਅਟਰਨੀ ਦੇ ਬਾਰੇ ਵੀ ਗੱਲਬਾਤ ਕਰਾਂਗੇ, ਪਰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ, ਦੇਖਦੇ ਰਹੋ ਪ੍ਰੋਗਰਾਮ ਪੈਸਾ ਧੇਲਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਪੈਸਾ ਧੇਲਾ ਵਿੱਚ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਵਿਲ ਦੇ ਬਾਰੇ ਵਿੱਚ, ਜਾਇਦਾਦ ਦੇ ਬਾਰੇ ਵਿੱਚ, ਤੇ ਗੱਲ ਕਰਾਂਗੇ ਪਾਵਰ ਆਫ ਅਟਰਨੀ ਦੇ ਬਾਰੇ ਵਿੱਚ ਵੀ। ਤੁਹਾਡਾ ਕੋਈ ਸਵਾਲ ਹੈ ਸਾਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਿਕਰਮ ਜੀ ਨੂੰ ਵੀ ਤੁਸੀਂ ਪੁੱਛ ਸਕਦੇ ਹੋ, ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ। ਸੋ ਵਿਕਰਮ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਗੱਲਬਾਤ ਕਰ ਰਹੀ ਸੀ ਜਦੋਂ ਵਿਲ ਦੇ ਬਾਰੇ ਵਿੱਚ ਹੁੰਦੀ ਹੈ ਗੱਲ ਕਿ ਕੀ ਅਸੀਂ ਆਪਣੀ ਵਿਲ ਦੇ ਵਿੱਚ ਕੋਈ ਚੇਂਜ ਜਾਂ ਕੋਈ ਅਪਡੇਟ ਕਰ ਸਕਦੇ ਹਾਂ? ਜੇ ਕਰ ਸਕਦੇ ਹਾਂ ਤਾਂ ਕਦੋਂ ਕਰ ਸਕਦੇ ਹਾਂ? ਤਰੁਣ ਜੀ, ਵੈਸੇ ਤਾਂ ਜਿਹੜਾ ਵਿਲ ਦਾ ਮਤਲਬ ਇਹੀ ਹੁੰਦਾ ਹੈਗਾ ਕਿ ਇਟ ਸ਼ੁੱਡ ਬੀ ਅਪਡੇਟਡ, ਕਿਉਂਕਿ ਲੇਟੈਸਟ ਵਿਲ ਹੀ ਜਿਹੜੀ ਹੈਗੀ ਹੈ ਉਹਦੀ ਹੀ ਵੈਲਿਊ ਹੁੰਦੀ ਹੈਗੀ ਹੈ। ਅੱਜ ਤੋਂ 10 ਸਾਲ ਪਹਿਲੇ ਮੈਂ ਵਿਲ ਬਣਾਈ ਔਰ ਉਹਦੇ ਵਿੱਚ ਮੈਂ ਬਹੁਤ ਸਾਰੀਆਂ ਮੇਰੀ ਲਾਈਫ ਦੇ ਵਿੱਚ ਚੇਂਜਸ ਆ ਗਈਆਂ, ਲੇਕਿਨ ਮੈਂ
ਟਾਈਮ ਦੇ ਨਾਲ ਚੇਂਜਸ ਨਹੀਂ ਕੀਤੀਆਂ ਤਾਂ ਉਹ ਵਿਲ ਦੀ ਐਫੀਕੇਸੀ ਨਹੀਂ ਰਹਿ ਜਾਂਦੀ, ਉਹ ਲਿਟੀਗੇਸ਼ਨ ਵਾਲਾ ਕੰਮ ਬਣ ਜਾਂਦਾ ਹੈਗਾ। ਜਦ ਤੱਕ ਮੈਂ ਜ਼ਿੰਦਾ ਹੈਗਾ ਮੈਂ ਉਸ ਵਿਲ ਨੂੰ ਜਿੰਨੀ ਵਾਰੀ ਮਰਜ਼ੀ ਚਾਹਾਂ ਮੈਂ ਰਿਵਾਈਜ਼ ਕਰ ਸਕਦਾ ਹੈਗਾ। ਮੈਂ ਸੌਰੀ ਤੁਹਾਨੂੰ ਇੱਥੇ ਇੰਟਰਪਟ ਕਰ ਰਹੀ ਹਾਂ। ਮੇਰਾ ਇੱਕ ਸਵਾਲ ਇਹ ਹੈ ਕਿ ਲਾਈਕ ਜਿਵੇਂ ਹੁਣ ਕਿਸੇ ਨੇ ਕੋਈ ਪ੍ਰਾਪਰਟੀ ਬਾਏ ਕੀਤੀ ਆ, ਉਸ ਤੋਂ ਬਾਅਦ ਉਹਨੂੰ ਲੱਗਿਆ ਕਿ ਵੀ ਨਹੀਂ ਨਵੀਂ ਮੇਰੀ ਐਡੀਸ਼ਨ ਹੋਈ ਹੈ, ਮੈਂ ਆਪਦੀ ਬਿਲ ਦੇ ਵਿੱਚ ਇਹਨੂੰ ਵੀ ਇਹਦੇ ਬਾਰੇ ਵੀ ਜਾਣਕਾਰੀ ਪਾਵਾਂ। ਕੁਝ ਸਮੇਂ ਬਾਅਦ ਉਹਨੇ ਇੱਕ ਹੋਰ ਪ੍ਰਾਪਰਟੀ ਬਾਏ ਕੀਤੀ, ਮਤਲਬ ਜਿੰਨੀ ਵਾਰੀ ਤੁਸੀਂ ਕੋਈ ਨਵੀਂ ਚੀਜ਼ ਐਡ ਆਨ ਕਰੀ ਜਾਓਗੇ ਤੁਸੀਂ ਉਨੀ ਵਾਰੀ ਉਹਨੂੰ ਚੇਂਜ ਕਰ ਸਕਦੇ ਹੋ, ਜਾਂ ਇੱਕ ਟਾਈਮ ਹੁੰਦਾ ਕਿ ਇੰਨੇ ਟਾਈਮ ਤੱਕ ਤੁਸੀਂ ਘੱਟੋ ਘੱਟ ਵਿਲ ਚੇਂਜ ਨਹੀਂ ਕਰ ਸਕਦੇ? ਦੇਖੋ ਇਹਦੇ ਵਿੱਚ ਫਿਰ ਉਹੀ ਗੱਲ ਹੈ ਕਿ ਵਿਲ ਨੂੰ ਅਸੀਂ ਕਿਸ ਤਰੀਕੇ ਨਾਲ ਡਿਜ਼ਾਈਨ ਕਰਦੇ ਹਾਂ, ਇਹ ਤੁਹਾਡੇ ਲਾਇਰ ਦੀ ਐਫੀਕੇਸੀ ਤੇ ਡਿਪੈਂਡ ਕਰਦਾ ਹੈ। ਹੁਣ ਮੈਂ ਇੱਕ ਇਹ ਵੀ ਕਹਿ ਸਕਦਾ ਕਿ ਆਹ ਪ੍ਰਾਪਰਟੀ ਲਈ ਮੈਂ ਇਹਨੂੰ ਨਵੇਂ ਕੋਡੀਸੀ ਲਈ ਨਵੇਂ ਅਮੈਂਡਮੈਂਟ ਨਾਲ ਜੋੜ ਦਿੱਤਾ, ਫਿਰ ਨਵੀਂ ਪ੍ਰਾਪਰਟੀ ਲਈ ਨਵੇਂ ਜੋੜ ਦਿੱਤਾ, ਜਾਂ ਫਿਰ ਮੈਂ ਇਹ ਜਨਰਲਾਈਜ਼ ਕਰ ਦਿੰਦਾ ਕਿ ਜਦ ਜਿਹੜੀਆਂ ਵੀ ਮੇਰੀਆਂ ਪ੍ਰਾਪਰਟੀਆਂ ਮੇਰੇ ਤੋਂ ਖਰੀਦੀਆਂ ਗਈਆਂ ਨੇ ਉਹਦੀ ਵੰਡ ਇਸ ਤਰੀਕੇ ਨਾਲ ਕੀਤੀ ਜਾਵੇਗੀ। ਅੱਜ ਤੋਂ ਬਾਅਦ ਇੱਕ ਸਮੇਂ ਤੋਂ ਬਾਅਦ ਜਿਹੜੀ ਮੈਂ ਪ੍ਰਾਪਰਟੀਆਂ ਖਰੀਦਦਾ ਹੈਗਾ ਉਹ ਤੁਹਾਡਾ ਲਾਇਰ ਤੁਹਾਨੂੰ ਬੈਟਰ ਇੱਕ ਤਰੀਕੇ ਨਾਲ ਵਰਡਿੰਗ ਬਣਾ ਕੇ ਦੇ ਸਕਦਾ ਕਿ ਤੁਸੀਂ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਪ੍ਰਾਪਰਟੀਆਂ ਉਹਦੇ ਵਿੱਚ ਕਵਰ ਕਰ ਸਕਦੇ ਹੋ। ਇਹ ਨਹੀਂ ਹੈਗਾ ਕਿ ਹਰ ਵਾਰ ਨਵੀਂ ਪ੍ਰਾਪਰਟੀ ਜਾਂ ਨਵੀਂ ਚੇਂਜਸ ਦੇ ਵਿੱਚ ਤੁਹਾਨੂੰ ਕਰਨਾ ਪਏਗਾ। ਪਰ ਹਾਂ ਕੁਝ ਐਸੇ ਹਾਲਾਤ ਹੈਗੇ ਨੇ ਜਦੋਂ ਕਿ ਤੁਹਾਨੂੰ ਇੱਕ ਵਿਲ ਦੇ ਵਿੱਚ ਮੈਂਡੇਟਰੀ ਹੋ ਜਾਂਦਾ ਹੈਗਾ ਚੇਂਜ ਕਰਨਾ। ਫॉर ਐਗਜ਼ਾਮਪਲ ਮੈਰਿਜ ਹੁੰਦੀ ਹੈਗੀ ਆ, ਯੂ ਹੈਵ ਟੂ ਚੇਂਜ ਦਾ ਵਿਲ, ਕਿਉਂਕਿ ਹੁਣ ਇੱਕ ਨਵਾਂ ਉਹਦੇ ਵਿੱਚ ਮੈਂਬਰ ਜੁੜ ਗਿਆ ਹੈ। ਫਿਰ ਡਾਈਵੋਰਸ ਹੁੰਦਾ ਹੈਗਾ, ਇਟ ਮੀਨਸ ਉਹ ਹੁਣ ਵਿਲ ਦੇ ਵਿੱਚੋਂ ਡਾਈਵੋਰਸ ਵਾਲਾ ਜਿਹੜਾ ਹੈਗਾ ਪੋਰਸ਼ਨ ਜਿਹੜਾ ਹੈਗਾ ਯੂ ਹੈਵ ਟੂ ਚੇਂਜ ਦੈਟ। ਫਿਰ ਹੁਣ ਜਿਹੜਾ ਹੈਗਾ ਕਿ ਬੱਚਾ ਪੈਦਾ ਹੋਇਆ ਕਿਸੇ ਘਰ ਦੇ ਵਿੱਚ, ਵੈਨ ਦੇयर ਇਜ਼ ਐਨ ਐਡੀਸ਼ਨ, ਜਾਂ ਫਿਰ ਇੱਕ ਵੀ ਹੈਗਾ ਹੁਣ ਜਿਹੜੇ ਉਹੀ ਸਵਾਲ ਨਾਲ ਰਿਲੇਟਡ ਕਿ ਹਰ ਵਾਰ ਬੱਚਾ ਨਵਾਂ ਕੋਈ ਪੈਦਾ ਹੁੰਦਾ ਤਾਂ ਤੁਹਾਨੂੰ ਵਿਲ ਚੇਂਜ ਕਰਨੀ ਪਏਗੀ। ਨਹੀਂ, ਤੁਸੀਂ ਉਹਨੂੰ ਜਨਰਲਾਈਜ਼ ਕਰ ਸਕਦੇ ਹੋ ਕਿ ਇਸ ਬੱਚੇ ਤੋਂ ਬਾਅਦ ਜਿੰਨੇ ਵੀ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੇ ਲਈ ਵਿਲ ਇਸ ਤਰੀਕੇ ਨਾਲ ਕੰਮ ਕਰੇਗੀ। ਜਾਂ ਫਿਰ ਕਈ ਵਾਰ ਕੀ ਹੁੰਦਾ ਹੈਗਾ ਕਿ ਜਿਸ ਵਿਅਕਤੀ ਨੂੰ ਜਿਹੜਾ ਬੈਨੀਫੀਸ਼ਰੀ ਹੈਗਾ ਸਾਡਾ, ਜਿਹਨੂੰ ਅਸੀਂ ਉਹ ਕੋਈ ਚੀਜ਼ ਦੇਣਾ ਚਾਹੁੰਦੇ ਹੈਗੇ ਆ, ਹੁਣ ਉਹੀ ਕੰਪੀਟੈਂਟ ਜਾਂ ਉਹਨੂੰ ਕੋਈ ਪ੍ਰੋਬਲਮ ਆ ਗਈ, ਮੈਂਟਲੀ ਉਹ ਕੈਪੇਬਲ ਨਹੀਂ ਰਿਹਾ, ਜਾਂ ਫਿਰ ਜਿਹੜਾ ਐਗਜ਼ੀਕਿਊਟਰ ਹੈਗਾ ਆ ਜਿਸਨੇ ਉਹ ਐਗਜ਼ੀਕਿਊਟ ਕਰਨਾ ਸੀ ਉਹੀ ਕੈਪੇਬਲ ਨਹੀਂ ਰਿਹਾ ਕਿਸੇ ਵੀ ਵਜ੍ਹਾ ਦੇ ਕਰਕੇ, ਜਾਂ ਬੈਂਕਰਪਟ ਹੋ ਜਾਂਦੇ ਨੇ, ਦੈਨ ਵੀ ਨੀਡ ਟੂ ਚੇਂਜ ਦ ਵਿਲ ਦੇ ਵਿੱਚੋਂ ਚੇਂਜ ਕਰਨੀ ਪਏਗੀ। ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਜਿਹੜਾ ਬੈਨੀਫੀਸ਼ਰੀ ਹੈਗਾ ਜਾਂ ਐਗਜ਼ੀਕਿਊਟਰ ਹੈਗਾ ਉਹਦੀ ਹੀ ਡੈਥ ਹੋ ਜਾਂਦੀ ਹੈਗੀ ਹੈ, ਤੇ ਦੈਨ ਵੀ ਨੀਡ ਟੂ ਮੇਕ ਅ ਚੇਂਜ ਇਨ ਦਾ ਵਿਲ। ਸੋ ਇਹ ਹੈਗਾ ਕਿ ਇੱਕ ਡਾਇਨਾਮਿਕ ਚੀਜ਼ ਹੈਗੀ ਆ। ਇਹ ਨਹੀਂ ਹੈਗਾ ਕਿ ਮੈਂ ਅੱਜ ਵਿਲ ਬਣਾ ਲਈ ਤੇ ਉਹਨੂੰ ਮੈਂ ਸੰਭਾਲ ਕੇ ਰੱਖ ਦਿੱਤਾ ਤੇ ਹੁਣ ਮੈਂ ਇਹਨੂੰ ਰੀਵਿਜ਼ਿਟ ਜਾਂ ਮੈਨੂੰ ਟੱਚ ਨਹੀਂ ਕਰਨਾ ਹੈਗਾ। ਗਾਹੇ ਬਗਾਹੇ ਸਾਨੂੰ ਉਹਦੇ ਬਾਰੇ ਜਦੋਂ ਵੀ ਕੋਈ ਲਾਈਫ ਦੇ ਵਿੱਚ ਚੇਂਜ ਆਉਂਦੀ ਹੈਗੀ ਆ, ਵੀ ਸ਼ੁੱਡ ਆਲਵੇਜ਼ ਲੁੱਕ ਇਨਟੂ ਦੈਟ ਕਿ ਕੀ ਹੁਣ ਉਹ ਫॉर ਐਗਜ਼ਾਮਪਲ ਇਹ ਵੀ ਹੋ ਸਕਦਾ ਹੈਗਾ ਕਿ ਮੈਂ ਵਿਲ ਦੇ ਵਿੱਚ ਕੋਈ ਐਸੈਟ ਐਡ ਕੀਤੀ ਕਿ ਇਹ ਐਸੈਟ ਉਹਨੂੰ ਮਿਲਣੀ ਚਾਹੀਦੀ ਹੈ, ਪਰ ਮੈਂ ਆਪਣੇ ਜਿੰਦੇ ਜੀ ਉਹ ਐਸੈਟ ਵੇਚ ਚੁੱਕਾ ਹੈਗਾ। ਹੁਣ ਜਿਸ ਵਿਅਕਤੀ ਦੇ ਨਾਮ ਦੇ ਉੱਤੇ ਐਸੈਟ ਮੈਂ ਜਾਣੀ ਹੈਗੀ ਦੇਣੀ ਸੀ, ਉਹ ਤਾਂ ਐਸੈਟ ਐਗਜ਼ਿਸਟ ਹੀ ਨਹੀਂ ਕਰਦੀ ਹੈਗੀ, ਲੇਕਿਨ ਮੇਰੀ ਵਿਲ ਕਹਿੰਦੀ ਹੈਗੀ ਕਿ ਉਹ ਐਸੈਟ ਉਹਨੂੰ ਮਿਲਣੀ ਚਾਹੀਦੀ ਹੈਗੀ ਹੈ, ਤੇ ਦੈਟ ਕੈਨ ਕ੍ਰੀਏਟ ਅ ਕਨਫਿਊਜ਼ਨ ਕਿ ਇਹ ਪ੍ਰਾਪਰਟੀ ਕਿੱਥੇ ਹੈਗੀ। ਸੋ ਇਹ ਜਿਹੜੀ ਵਿਲ ਹੈਗੀ ਆ, ਇਟ ਇਜ਼ ਨਾਟ ਕਿ ਕਾਗਜ਼ ਦੇ ਉੱਤੇ ਲਿਖੀ ਕੱਲੀ ਇੱਕ ਇਬਾਰਤ ਨਹੀਂ ਹੈਗੀ ਕਿ ਇਹ ਲਿਖ ਦਿੱਤਾ ਤੇ ਇਹ ਫਾਈਨਲ ਹੈਗੀ ਆ। ਜਦ ਤੱਕ ਮੇਰੇ ਮਤਲਬ ਕਿ ਮੈਂ ਜ਼ਿੰਦਾ ਹੈਗਾ, ਮੇਰੀਆਂ ਜਿੰਨੀਆਂ ਵੀ ਚੇਂਜਸ ਆਉਂਦੀਆਂ ਨੇ ਅਗਰ ਉਹ ਸਹੀ ਤਰੀਕੇ ਨਾਲ ਡਾਕੂਮੈਂਟ ਕੀਤੀਆਂ ਜਾਂਦੀਆਂ ਨੇ ਵਿਲ ਦੇ ਵਿੱਚ, ਤਾਂ ਫਿਰ ਉਹ ਵਿਲ ਦੇ ਵਿੱਚ ਕੋਈ ਵੀ ਲਿਟੀਗੇਸ਼ਨ ਹੈ, ਕੋਈ ਵੀ ਪ੍ਰੋਬਲਮ ਨਹੀਂ ਆ ਸਕਦੀ। ਅਦਰਵਾਈਜ਼ ਹੈਗਾ ਕਿ ਲਿਟੀਗੇਸ਼ਨਸ ਜਾਂ ਦਿੱਕਤਾਂ ਹੋ ਸਕਦੀਆਂ ਨੇ ਬੈਨੀਫੀਸ਼ੀਅਰੀਜ਼ ਨੂੰ। ਕਿ ਵਿਲ ਦੇ ਵੀ ਕੋਈ ਟਾਈਪਸ ਹੁੰਦੇ ਆ ਜਦੋਂ ਆਪਾਂ ਵਿਲ ਬਣਾਉਂਦੇ ਆ ਕਿ ਇਸ ਟਾਈਪ ਦੀ ਹੋ ਗਈ ਉਸ ਟਾਈਪ ਦੀ ਹੋ ਗਈ, ਜਾਂ ਵਿਲ ਸਿਰਫ ਇੱਕੋ ਹੀ ਤਰ੍ਹਾਂ ਦੀ ਹੁੰਦੀ ਆ? ਨਹੀਂ, ਵਿਲਸ ਅਲੱਗ-ਅਲੱਗ ਤਰੀਕੇ ਦੀਆਂ ਹੈਗੀਆਂ ਨੇ ਵਿਲਸ, ਜਾਂ ਮਤਲਬ ਕਿ ਅਲੱਗ-ਅਲੱਗ ਤਰੀਕੇ ਨਾਲ ਵਿਲ ਹੈ। ਜਿੱਦਾਂ ਸਾਨੂੰ ਪਹਿਲੇ ਆਪਾਂ ਬੇਸਿਕ ਵਿਲ ਜਿਹਨੂੰ ਕਹਿੰਦੇ ਹੋਲੋਗ੍ਰਾਫ ਵਿਲ ਕਹਿੰਦੇ ਆ, ਉਹਦੇ 'ਚ ਹੈਗਾ ਕਿ ਮੈਂ ਘਰ ਬੈਠਾ ਹੈਗਾ, ਮੇਰਾ ਦਿਲ ਕਰਦਾ ਮੈਂ ਆ ਵਸੀਅਤ ਕਰਨੀ ਹੈਗੀ ਆ ਵੀ ਮੇਰੇ ਕੋਲ ਪ੍ਰਾਪਰਟੀ ਸੀਗੀ, ਮੈਂ ਇਸ ਤਰੀਕੇ ਨਾਲ ਡਿਸਟਰੀਬਿਊਟ ਕਰਨਾ ਚਾਹੁੰਦਾ ਹੈਗਾ, ਤੇ ਮੈਂ ਕਾਗਜ਼ ਪੈਨ ਲੈਣਾ, ਉਹਨੂੰ ਮੈਂ ਲਿਖ ਦੇਣਾ, ਆਪਣੇ ਹੱਥ ਨਾਲ ਲਿਖ ਦੇਣਾ ਹੈਗਾ, ਤੇ ਦੈਨ ਇਟ ਇਜ਼ ਵੈਲਿਡ। ਪਰ ਕਈ ਪ੍ਰੋਵਿੰਸਸ ਦੇ ਵਿੱਚ ਹੋਲੋਗ੍ਰਾਫਿਕ ਵਿਲ ਵੈਲਿਡ ਨਹੀਂ ਹੈਗੀ। ਉਹ ਕਹਿੰਦੇ ਨੇ ਕਿ ਨਹੀਂ, ਇਹ ਨੋਟਰਾਈਜ਼ਡ ਹੋਣੀ ਚਾਹੀਦੀ ਹੈ, ਜਾਂ ਫਿਰ ਇਹਨੂੰ ਇੱਕ ਦੂਜੀ ਟਾਈਪ ਦੀ ਵਿਲ ਹੈਗੀ, ਉਹਨੂੰ ਇੰਗਲਿਸ਼ ਵਿਲ ਕਹਿੰਦੇ ਹੈਗੇ। ਉਹਦੇ ਵਿੱਚ ਕੀ ਹੈਗਾ ਕਿ ਲਾਇਰ ਤੁਹਾਡੀ ਵਿਲ ਪ੍ਰੀਪੇਅਰ ਕਰਦਾ ਹੈਗਾ, ਤੇ ਤੁਸੀਂ ਜਾਂ ਜਿਹੜੇ ਨਾਲ ਤੁਹਾਡੇ ਵਿਲ ਬਣਾਉਣ ਵਾਲੇ ਹੈਗੇ ਆ, ਮਤਲਬ ਕਿ ਹਸਬੈਂਡ ਵਾਈਫ ਮੰਨ ਲਓ ਹੈਗੇ ਆ, ਦੋਨੋਂ ਸਾਈਨ ਕਰਦੇ ਨੇ, ਤਾਂ ਉਹ ਵਿਟਨੈਸ ਹੁੰਦੀ ਹੈਗੀ। ਜਿਹੜੀ ਪਹਿਲੀ ਹੋਲੋਗ੍ਰਾਫ ਵਾਲੀ ਹੈਗੀ ਉਹ 'ਚ ਵਿਟਨੈਸ ਦੀ ਵੀ ਜ਼ਰੂਰਤ ਨਹੀਂ ਹੈਗੀ, ਲੇਕਿਨ ਸੈਕਿੰਡ ਵਾਲੇ ਦੇ ਵਿੱਚ ਲਾਇਰ ਵੱਲੋਂ ਪ੍ਰੀਪੇਅਰ ਕੀਤੀ ਜਾਵੇਗੀ, ਤੁਸੀਂ ਸਾਈਨ ਕਰੋਗੇ ਪਲੱਸ ਉਹ ਸਾਈਨ ਵਿਟਨੈਸ ਹੋਣਗੇ, ਤੇ ਉਹ ਆਲਮੋਸਟ ਸਾਰੀ ਪ੍ਰੋਵਿੰਸਸ ਦੇ ਵਿੱਚ ਵੈਲਿਡ ਹੈਗੀ ਆ। ਤੀਸਰੇ ਤਰ੍ਹਾਂ ਦੀ ਵਿਲ ਹੁੰਦੀ ਹੈ, ਉਹਨੂੰ ਨੋਟੋਰੀਅਲ ਵਿਲ ਕਹਿੰਦੇ ਨੇ, ਕਿ ਨੋਟਰਾਈਜ਼ ਹੁੰਦੀ ਹੈ, ਨੋਟਰੀ ਤੁਹਾਡੀ ਵਿਲ ਪ੍ਰੀਪੇਅਰ ਕਰਦਾ ਹੈ, ਤੇ ਉਹ ਫਿਰ ਕਿਸੇ ਦੋ ਨੋਟਰੀਜ਼ ਦੇ ਸਾਹਮਣੇ ਜਾਂ ਇੱਕ ਨੋਟਰੀ ਜਾਂ ਦੋ ਵਿਟਨੈਸਿਸ ਦੇ ਸਾਹਮਣੇ ਤੁਹਾਨੂੰ ਸੁਣਾਉਂਦਾ ਹੈ, ਸਾਈਨ ਕਰਵਾਉਂਦਾ ਹੈ, ਤੇ ਆਪਣੇ ਕੋਲ ਰੱਖਦਾ ਹੈ। ਪਰ ਇਦਾਂ ਦੀ ਵਿਲ ਓਨਟਾਰੀਓ 'ਚ ਨਹੀਂ ਚੱਲਦੀ, ਕਿਊਬੈਕ ਦੇ ਵਿੱਚ ਇਦਾਂ ਦੀ ਨੋਟੋਰੀਅਲ ਵਿਲ ਚੱਲਦੀ ਹੈਗੀ। ਤੇ ਇੱਕ ਇੰਟਰਨੈਸ਼ਨਲ ਵਿਲ ਹੈਗੀ। ਹੁਣ ਇੰਟਰਨੈਸ਼ਨਲ ਵਿਲ ਦੇ ਵਿੱਚ ਕੀ ਹੈਗਾ ਕਿ ਜਦੋਂ ਹੁਣ ਅਸੀਂ ਆਪਣੇ ਖਿੱਤੇ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਪ੍ਰਾਪਰਟੀਆਂ ਆਪਣੇ ਮੁਲਕ ਦੇ ਵਿੱਚ ਵੀ ਹੈਗੀਆਂ ਨੇ। ਹੁਣ ਜਦੋਂ ਅਸੀਂ ਇੰਟਰਨੈਸ਼ਨਲ ਵਿਲ ਦੀ ਗੱਲ ਕਰਦੇ, ਇਟ ਮੀਨਸ ਕਿ ਉਹ ਵਿਲ ਦੇ ਵਿੱਚ ਕੱਲੀ ਓਨਟਾਰੀਓ ਜਾਂ ਕੈਨੇਡਾ ਵਾਲੀਆਂ ਪ੍ਰਾਪਰਟੀਆਂ ਜਾਂ ਉਹ ਸੰਪਤੀਆਂ ਨਹੀਂ ਹੋਣਗੀਆਂ, ਅਕ੍ਰੋਸ ਅ ਬਾਰਡਰ ਜਿਹੜੀਆਂ ਹੈਗੀਆਂ ਨੇ ਉਹ ਵੀ ਉਹਦੇ ਵਿੱਚ ਸ਼ਾਮਿਲ ਹੋ ਸਕਦੀਆਂ ਨੇ। ਔਰ ਜਦੋਂ ਅਸੀਂ ਇੰਟਰਨੈਸ਼ਨਲ ਵਿਲ
ਬਣਾਉਂਦੇ ਹੈਗੇ ਆ, ਤੇ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਇੰਟਰਨੈਸ਼ਨਲ ਬਿੱਲ ਨੂੰ ਐਕਸੈਪਟ ਕੀਤਾ ਜਾਂਦਾ ਹੈ। ਵੈਸੇ ਤਾਂ ਇਹ ਵੀ ਹੋ ਸਕਦਾ ਕਿ ਤੁਸੀਂ ਮੰਨ ਲਓ ਇੰਡੀਆ ਦੇ ਵਿੱਚ ਤੁਹਾਡੀ ਪ੍ਰਾਪਰਟੀ, ਤੁਸੀਂ ਇੰਡੀਆ ਲਈ ਅਲੱਗ ਬਿੱਲ ਬਣਾਤੀ, ਕੈਨੇਡਾ ਲਈ ਅਲੱਗ ਬਿੱਲ ਬਣਾਤੀ, ਦੈਟ ਕੈਨ ਬੀ ਡਨ, ਪਰ ਇੰਟਰਨੈਸ਼ਨਲ ਬਿੱਲ ਵੀ ਉੱਥੇ ਕੰਮ ਕਰ ਸਕਦੀ ਹੈ। ਜਿਵੇਂ ਤੁਸੀਂ ਕਿਹਾ ਇੰਟਰਨੈਸ਼ਨਲ ਬਿੱਲ ਵੀ ਕੰਮ ਕਰ ਸਕਦੀ ਹੈ, ਵਿਟਨੈਸ ਕਿੰਨੇ ਕੁ ਜ਼ਰੂਰੀ ਹੁੰਦੇ ਆ, ਕਿੰਨੇ ਕੁ ਵਿਟਨੈਸ ਚਾਹੀਦੇ ਹੁੰਦੇ ਆ ਇਹਦੇ ਲਈ? ਫਿਟਨੈਸ 2 ਹੀ ਹੈਗੀ, ਉਹ ਵੀ ਇੰਗਲਿਸ਼ ਬਿੱਲ ਦੀ ਹੈਗੀ ਹੈ। ਜੇ ਹੋਲੋਗ੍ਰਾਫਿਕ ਯਾਨੀ ਕਿ ਤੁਸੀਂ ਖੁਦ ਆਪਣੇ ਹੱਥ ਨਾਲ ਲਿਖੀ ਹੈਗੀ ਆ, ਤੇ ਦੈਟ ਕੈਨ ਸਰਵ ਐਜ਼ ਅ ਬਿੱਲ। ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਕੀ ਐਜ਼ ਐਨ ਐਡਵਾਈਜ਼ਰ ਬਿੱਲ ਤਿਆਰ ਕਰਨ ਦੇ ਵਿੱਚ ਹੈਲਪ ਕਰ ਸਕਦੇ ਹੋ ਆਪਣੇ ਕਲਾਇੰਟਸ ਦੀ? ਦੇਖੋ, ਅਸੀਂ ਜਿਹੜੇ ਬਿੱਲ ਤਿਆਰ ਕਰਨੀ ਹੈਗੀ ਹੈ, ਇਹ ਐਗਜ਼ੈਕਟ ਜਿਹੜਾ ਕੰਮ ਹੈਗਾ ਇਹਦਾ ਬਿੱਲ ਵਾਲੇ ਲਾਇਰਸ ਦਾ ਹੈਗਾ, ਜਿਹੜੇ ਕਿ estate lawyers ਹੈਗੇ ਆ, ਉਹ ਐਗਜ਼ੈਕਟ ਦੱਸਦੇ ਨੇ ਕਿਸ ਤਰੀਕੇ ਨਾਲ ਬਿੱਲ ਪ੍ਰੀਪੇਅਰ ਹੋ ਸਕਦੀ ਹੈ, ਐਂਡ ਦੇ ਲੀਗਲੀ ਦੇ ਆਰ ਕੈਪੇਬਲ ਆਫ ਡੂਇੰਗ ਇਟ, ਹੈ ਨਾ। ਹਾਂ, ਐਜ਼ ਅ ਐਡਵਾਈਜ਼ਰ ਜਿਹੜਾ ਹੈਗਾ, ਸਾਡੇ ਇਹ ਚੀਜ਼ ਹੁੰਦੀ ਕਿ ਅਸੀਂ ਉਸ ਜਿਹੜੇ ਉਹਨਾਂ ਕੋਲ ਪ੍ਰਾਪਰਟੀਜ਼ ਹੈਗੀਆਂ ਨੇ, ਕਿ ਉਹਨਾਂ ਨੂੰ ਕਿਹੜੀ ਚੀਜ਼ ਦੇ ਉੱਤੇ ਟੈਕਸ ਪੈ ਸਕਦਾ, ਔਰ ਹਾਊ ਦੇ ਕੈਨ ਸੇਵ ਟੈਕਸਿਸ ਆਫਟਰ ਡੈਥ, ਉੱਥੇ ਸਾਡਾ ਰੋਲ ਹੈਗਾ। ਪਲੱਸ ਹੈਗਾ ਕਿ ਕਿੱਥੇ ਉਹਨਾਂ ਦੀ ਇਨਵੈਸਟਮੈਂਟਸ ਹੈਗੀਆਂ, ਉਹ ਇਨਵੈਸਟਮੈਂਟਸ ਟੈਕਸੇਸ਼ਨ ਵੇਲੇ ਕਿਵੇਂ ਬਿਹੇਵ ਕਰ ਸਕਦੀਆਂ, ਵੀ ਕੈਨ ਗਾਈਡ ਦੈਟ। ਲੇਕਿਨ ਫਿਰ ਉੱਥੇ ਹੈਗਾ ਕਿ ਉੱਥੇ ਟੈਕਸ ਲਾਇਰ ਦਾ ਵੀ ਬਹੁਤ ਵੱਡਾ ਰੋਲ ਹੈਗਾ। ਸੋ ਜਦੋਂ ਵੀ ਇਹ ਬਿੱਲ ਦੀ ਫਾਈਨਲਾਈਜੇਸ਼ਨ ਹੁੰਦੀ ਹੈ, ਜਦੋਂ ਐਗਜ਼ੀਕਿਊਸ਼ਨ ਹੁੰਦੀ ਹੈਗੀ ਹੈ, ਤੇ ਉਹਦੇ ਵਿੱਚ ਬਹੁਤ ਸਾਰੇ ਆਸਪੈਕਟਸ ਦੇਖੇ ਜਾਂਦੇ ਨੇ, ਕਿ ਲਾਇਰ ਕਿ ਉਹ ਲੀਗਲ ਓਪੀਨੀਅਨ ਦੇਵੇਗਾ, ਟੈਕਸ ਕੰਸਲਟੈਂਟ ਜਿਹੜਾ ਉਹ ਹੈਗਾ, ਟੈਕਸ ਕੰਸਲਟੈਂਟ ਇਹ ਦੇਖੇਗਾ ਕਿ ਕਿਸ ਇੰਸਟਰੂਮੈਂਟ ਦੇ ਉੱਤੇ ਕਿੰਨਾ ਟੈਕਸ ਲੱਗੇਗਾ, ਤੇ ਇਹ ਸਾਰੀ ਟੀਮ ਵਰਕ ਹੈਗਾ ਜਦੋਂ ਵੀ ਅਸੀਂ ਐਗਜ਼ੀਕਿਊਸ਼ਨ ਕਰਦੇ ਹਾਂ ਬਿੱਲ ਦੀ। ਜਦੋਂ ਵਸੀਅਤ ਦੀ ਗੱਲ ਕਰਦੇ ਹਾਂ, ਬਿੱਲ ਦੀ ਗੱਲ ਕਰਦੇ ਹਾਂ, ਇੰਨੇ ਜ਼ਿਆਦਾ ਇਹਦੇ ਜਿਹੜੇ ਫਾਇਦੇ ਹੋ ਸਕਦੇ ਨੇ ਜੇ ਅਸੀਂ ਪਹਿਲਾਂ ਤੋਂ ਇਹਨੂੰ ਤਿਆਰ ਕਰਕੇ ਰੱਖਿਆ ਹੋਵੇ, ਤੇ ਇੰਨੀ ਕੁ ਜ਼ਿਆਦਾ ਜ਼ਰੂਰੀ ਇਹ ਚੀਜ਼ ਹੈਗੀ ਹੈ, ਫਿਰ ਇਹਨੂੰ ਰੱਖਣ ਦੀ ਥਾਂ ਵੀ ਕੋਈ ਜ਼ਿਆਦਾ ਇੰਪੋਰਟੈਂਟ ਹੋਣੀ ਚਾਹੀਦੀ ਹੈ। ਕਿੱਥੇ ਰੱਖੀ ਜਾ ਸਕਦੀ ਹੈ ਬਿੱਲ? ਦੇਖੋ, ਰੱਖੀ ਤਾਂ ਕਿਤੇ ਵੀ ਸੇਫ ਜਗ੍ਹਾ ਤੇ ਜਾ ਸਕਦੀ ਹੈਗੀ ਆ। ਆਮ ਤੌਰ ਤੇ ਕਈ ਵਾਰ ਹੁੰਦਾ ਹੈਗਾ ਕਿ ਪਹਿਲੇ ਹੁੰਦਾ ਸੀ ਟ੍ਰੈਂਡ, ਵੈਸੇ ਤਾਂ ਹੁਣ ਉਹ ਘਟਦਾ ਜਾ ਰਿਹਾ ਹੈਗਾ, ਕਿ ਜਦੋਂ ਲਾਇਰਸ ਲਿਖਦੇ ਸੀ ਤਾਂ ਲਾਇਰਸ ਆਪਣੇ ਕੋਲ ਰੱਖ ਲੈਂਦੇ ਸੀ। ਪਰ ਹੁਣ ਕੀ ਹੈਗਾ ਕਿ ਹੁਣ ਪਹਿਲੇ ਵਿਲ ਛੋਟੇ ਜਿਹੇ ਕਾਗਜ਼ 'ਚ ਹੁੰਦੀ ਸੀ, ਜਾਂ ਇੰਨੀਆਂ ਜ਼ਿਆਦਾ ਵਿਲਸ ਪ੍ਰੀਪੇਅਰ ਨਹੀਂ ਹੁੰਦੀਆਂ ਸੀ, ਤਾਂ ਉਹਨਾਂ ਲਈ ਹੈਂਡਲ ਜਾਂ ਉਹਨਾਂ ਲਈ ਸਟੋਰ ਕਰਨਾ ਈਜ਼ੀ ਹੁੰਦਾ ਸੀ। ਹੁਣ ਮਲਟੀਪਲ ਪ੍ਰੋਪਰਟੀਜ਼ ਹੋਣ ਕਰਕੇ ਕੀ ਹੈਗਾ ਕਿ ਵਿਲਸ ਦੇ ਪੇਪਰ ਵੀ ਜ਼ਿਆਦਾ ਹੋਣੇ ਸ਼ੁਰੂ ਹੋ ਗਏ, ਹੁਣ ਉਹਨੂੰ ਸਟੋਰੇਜ ਕਰਨਾ ਬੜਾ ਔਖਾ ਹੋ ਗਿਆ ਹੈਗਾ। ਸੋ ਹੁਣ ਲਾਇਰਸ ਆਮ ਤੌਰ ਦੇ ਉੱਤੇ ਮਨਾ ਕਰ ਦਿੰਦੇ ਨੇ, ਤਾਂ ਲਾਇਰਸ ਵੀ ਇੱਕ ਐਸੀ ਜਗ੍ਹਾ ਹੈਗੀ ਜਿੱਥੇ ਯੂ ਕੈਨ ਕੀਪ ਯੂਰ ਵਿਲ। ਸੈਕੰਡ ਇਹ ਹੈਗਾ ਕਿ ਤੁਸੀਂ ਵਿਲ ਕਿੱਥੇ ਰੱਖ ਸਕਦੇ ਹੋ, ਤੁਸੀਂ ਐਗਜ਼ੀਕਿਊਟਰ ਜਿਹੜਾ ਹੈਗਾ, ਯੂ ਕੈਨ ਗਿਵ ਦੈਟ ਵਿਲ ਟੂ ਦੈਟ ਪਰਸਨ ਆਲਸੋ, ਕਿ ਇਹ ਸੰਭਾਲ ਕੇ ਰੱਖਣੀ ਹੈਗੀ। ਕਿਸੇ ਵੀ ਅਲਮਾਰੀ ਦੇ ਵਿੱਚ ਘਰ ਵੀ ਤੁਸੀਂ ਵਿਲ ਰੱਖ ਸਕਦੇ ਹੋ, ਇਟ ਇਜ਼ ਨਾਟ ਕਿ ਤੁਸੀਂ ਕਿਤੇ ਘਰ 'ਚ ਨਹੀਂ ਰੱਖ ਸਕਦੇ ਹੈਗੇ। ਤੀਸਰੀ ਚੀਜ਼ ਹੈਗੀ ਕਿ ਜਦ ਤੱਕ ਮੈਂ ਹੈਗਾ ਮੇਰੇ ਕੋਲ ਹੈਗੀ ਆ, ਲੇਕਿਨ ਮੇਨ ਗੱਲ ਇਹ ਹੈਗੀ ਹੈ ਕਿ ਮੇਰੇ ਜਾਣ ਤੋਂ ਬਾਅਦ ਕੀ ਉਹ ਵਿਲ ਅਸੈਸੇਬਲ ਹੈਗੀ ਕਿ ਨਹੀਂ ਹੈਗੀ। ਫੋਰ ਐਗਜ਼ਾਮਪਲ, ਮੈਂ ਵਿਲ ਪ੍ਰੀਪੇਅਰ ਕੀਤੀ, ਮੈਂ ਉਹਨੂੰ ਵਿਲ ਨੂੰ ਆਪਣੇ ਬੈਂਕ ਦੇ ਲੋਕਰ ਵਿੱਚ ਰੱਖ ਦਿੱਤਾ। ਹੁਣ ਬੈਂਕ ਦਾ ਲੋਕਰ ਮੈਨੂੰ ਹੀ ਅਸੈਸੇਬਲ ਹੈਗਾ, ਮੇਰੇ ਐਸਟੇਟ ਨੂੰ ਅਸੈਸੇਬਲ ਨਹੀਂ ਹੈਗਾ। ਹੁਣ ਐਸਟੇਟ ਜਦ ਤੱਕ ਐਗਜ਼ੀਕਿਊਸ਼ਨ ਦਾ ਆਰਡਰ ਨਹੀਂ ਲੈ ਕੇ ਆਉਂਦੀ, ਤਦ ਤੱਕ ਉਹ ਬੈਂਕ ਉਹਨੂੰ ਵਿਲ ਨੂੰ ਨਹੀਂ ਦੇਵੇਗਾ। ਹੁਣ ਜਦ ਤੱਕ ਵਿਲ ਮੈਨੂੰ ਨਹੀਂ ਮਿਲਦੀ, ਮਤਲਬ ਮੇਰੇ ਐਸਟੇਟ ਨੂੰ ਨਹੀਂ ਮਿਲਦੀ, ਤਾਂ ਉਹ ਫੈਸਲਾ ਨਹੀਂ ਹੋ ਪਾਏਗਾ ਵੀ ਕਿਹੜੀ ਚੀਜ਼ ਡਿਸਟ੍ਰੀਬਿਊਟ ਕਰਨੀ। ਸੋ ਇਸ ਕਰਕੇ ਵਿਲ ਨੂੰ ਹਮੇਸ਼ਾ ਹੀ ਸੇਫ ਜਗ੍ਹਾ ਦੇ ਉੱਤੇ, ਪਰ ਐਸੀ ਜਗ੍ਹਾ ਤੇ ਨਾ ਰੱਖਿਆ ਜਾਵੇ ਕਿ ਜਿੱਥੇ ਤੁਹਾਨੂੰ ਲੱਭਣੀ ਮੁਸ਼ਕਲ ਹੋ ਜਾਵੇ। ਕਿਉਂਕਿ ਆਮ ਤੌਰ ਤੇ ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਦੇਖਣ 'ਚ ਆਇਆ ਕਿ ਉਹਨਾਂ ਨੂੰ ਵਿਲ ਬੜੀ ਦੇਰ ਬਾਅਦ ਮਿਲਦੀ ਹੈ, ਕਿਉਂਕਿ ਪਤਾ ਹੀ ਨਹੀਂ ਹੈਗਾ ਕਿ ਵਿਲ ਰੱਖੀ ਕਿੱਥੇ ਹੈਗੀ ਆ। ਅਸੀਂ ਹਮੇਸ਼ਾ ਐਡਵਾਈਸ ਕਰਦੇ ਹੈਗੇ ਆ ਕਿ ਜਦੋਂ ਵੀ ਤੁਸੀਂ ਵਿਲ ਪ੍ਰੀਪੇਅਰ ਕਰਦੇ ਹੋ, ਇਟ ਸ਼ੁੱਡ ਨਾਟ ਬੀ ਅ ਸੀਕ੍ਰੇਟ ਡਾਕੂਮੈਂਟ। ਸੀਕ੍ਰੇਟ ਡਾਕੂਮੈਂਟ ਇਹ ਹੋ ਸਕਦਾ ਹੈਗਾ ਕਿ ਹਾਂ ਵੀ ਮੈਂ ਉੱਥੇ ਕਿਹਨੂੰ ਕੀ ਦੇਣਾ ਹੈਗਾ, ਮੈਂ ਅੱਜ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਹੈਗਾ, ਬਟ ਐਟਲੀਸਟ ਯੂਅਰ ਐਗਜ਼ੀਕਿਊਟਰ ਸ਼ੁੱਡ ਨੋ ਕਿ ਤੁਸੀਂ ਉਹਨੂੰ ਐਗਜ਼ੀਕਿਊਟਰ ਬਣਾਇਆ, ਨੰਬਰ 1। ਸੈਕੰਡ ਹੈਗਾ ਕਿ ਉਹਨੂੰ ਵਿਲ ਅਗਰ ਜਦੋਂ ਤੁਹਾਡੀ ਡੈਥ ਹੁੰਦੀ ਹੈ, ਤਾਂ ਐਗਜ਼ੀਕਿਊਟਰ ਤੁਹਾਡੀ ਵਿਲ ਨੂੰ ਕਿੱਥੋਂ ਲੱਭ ਸਕਦਾ ਹੈ। ਠੀਕ ਹੈ, ਇਸ ਕਰਕੇ ਤੁਹਾਡੇ ਐਗਜ਼ੀਕਿਊਟਰ ਦਾ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਕਿੱਥੇ ਹੈਗਾ ਆ ਵਿਲ ਦੇ ਨਾਲ ਇੱਕ ਮਿਲਦਾ ਜੁਲਦਾ ਵਰਡ ਹੈ ਪਾਵਰ ਆਫ ਅਟਾਰਨੀ। ਸੋ ਇਹਦਾ ਕੀ ਹੈ, ਇਹਦਾ ਸਬਸਟੀਟਿਊਟ ਹੋ ਸਕਦਾ ਆ, ਇਹਦਾ ਕੀ ਰੋਲ ਹੁੰਦਾ ਆ? ਪਾਵਰ ਆਫ ਅਟਾਰਨੀ ਸਬਸਟੀਟਿਊਟ ਬਿਲਕੁਲ ਨਹੀਂ ਹੈਗਾ ਜੀ। ਪਾਵਰ ਆਫ ਅਟਾਰਨੀ ਵਰਕਸ, ਪਾਵਰ ਆਫ ਅਟਾਰਨੀ ਨੂੰ ਆਪਾਂ ਇੱਕ ਤਰੀਕੇ ਦੀ ਲਿਵਿੰਗ ਵਿਲ ਕਹਿ ਦਿੰਦੇ ਹੈਗੇ। ਜਦ ਤੱਕ ਮੈਂ ਜ਼ਿੰਦਾ ਹੈਗਾ, ਮੈਂ ਪਾਵਰ ਆਫ ਅਟਾਰਨੀ ਯੂਜ਼ ਕਰਦਾ। ਮੇਰੇ ਮਰਨ ਤੋਂ ਬਾਅਦ ਵਿਲ ਵਸੀਅਤ ਹੁੰਦੀ ਹੈਗੀ, ਯਾਨੀ ਕਿ ਵਸੀਅਤ ਦਾ ਕੰਮ ਹੀ ਡੈਥ ਤੋਂ ਬਾਅਦ ਸ਼ੁਰੂ ਹੁੰਦਾ ਹੈ, ਡੈਥ ਤੋਂ ਪਹਿਲੇ ਪਾਵਰ ਆਫ ਅਟਾਰਨੀ ਹੁੰਦੀ ਹੈ। ਹੁਣ ਪਾਵਰ ਆਫ ਅਟਾਰਨੀ ਦਾ ਬੇਸਿਕ ਦਾ ਮਤਲਬ ਹੈਗਾ ਕਿ ਮੈਂ ਕੁਝ ਤਾਕਤਾਂ ਕਿਸੇ ਹੋਰ ਵਿਅਕਤੀ ਨੂੰ ਦੇ ਰਿਹਾ ਜਿਹੜਾ ਕਿ ਮੇਰੇ ਬਿਹਾਫ ਤੇ ਕੋਈ ਕੰਮ ਕਰ ਸਕਦਾ ਹੈਗਾ। ਸਿੰਪਲ ਵਰਡਸ ਦੇ ਵਿੱਚ, ਫੋਰ ਐਗਜ਼ਾਮਪਲ, ਮੈਂ ਬਹੁਤ ਬਿਜ਼ੀ ਹਾਂ, ਮੇਰਾ ਬਿਜ਼ਨਸ ਹੈਗਾ, ਬਟ ਆਈ ਕਾਂਟ ਬੀ ਐਵਰੀਵੇਅਰ, ਤੇ ਮੈਂ ਆਪਣੀਆਂ ਕੁਝ ਐਡਮਿਨਿਸਟ੍ਰੇਟਿਵ ਤਾਕਤਾਂ ਕਿਸੇ ਹੋਰ ਨੂੰ ਦੇ ਦੇਣਾ ਹੈਗਾ, ਉਹਨੂੰ ਪਾਵਰ ਆਫ ਅਟਾਰਨੀ ਕਹਿ ਦਿੰਦੇ ਹੈਗੇ ਆ। ਠੀਕ ਹੈ, ਫਿਰ ਜਾਂ ਫਿਰ ਮੈਂ ਜਾਂ ਮੰਨ ਲਓ ਹਸਬੈਂਡ ਵਾਈਫ ਦੇ ਵਿੱਚ ਇੱਕ ਪਾਰਟਨਰ ਦੇ ਕੋਲ, ਦੋਨੋਂ ਪਾਰਟਨਰਸ ਕੋਲ ਪ੍ਰਾਪਰਟੀ ਹੈ, ਪਰ ਇੱਕ ਪਾਰਟਨਰ ਦਾ ਫਾਈਨੈਂਸ਼ੀਅਲ ਇੰਟਰਸਟ ਨਹੀਂ ਹੈਗਾ, ਉਹਨੂੰ ਬਹੁਤ ਸਮਝ ਨਹੀਂ ਹੈਗੀ, ਤਾਂ ਲੇਕਿਨ ਫਿਰ ਉਹੀ ਗੱਲ ਹੈ ਵੀ ਬੈਂਕ ਤੁਹਾਡੇ ਨਾਲ ਡੀਲ ਕਰਨਾ ਚਾਹੁੰਦਾ ਹੈ, ਤੁਹਾਡੇ ਪਾਰਟਨਰ ਨਾਲ ਡੀਲ ਨਹੀਂ ਕਰਨਾ ਚਾਹੁੰਦਾ। ਹੁਣ ਉਸ ਸਿਲਸਿਲੇ ਦੇ ਵਿੱਚ ਕੀ ਹੈ ਕਿ ਉਹ ਇੱਕ ਦੂਜੇ ਨੂੰ ਪਾਵਰ ਆਫ ਅਟਾਰਨੀ ਦੇ ਦਿੰਦੇ ਕਿ ਮੇਰੇ ਜਿੰਨੇ ਵੀ ਫੈਸਲੇ ਹੈਗੇ ਆ ਉਹ ਮੇਰਾ ਪਾਰਟਨਰ ਲਵੇਗਾ। ਸੋ ਪਾਵਰ ਆਫ ਅਟਾਰਨੀ ਉੱਥੇ ਵੀ ਹੋ ਸਕਦੀ ਹੈਗੀ ਹੈ। ਮਤਲਬ ਪਾਵਰ ਆਫ ਅਟਾਰਨੀ ਮੀਨਸ ਕਿ ਇਟ ਗਿਵਸ ਯੂ ਪਾਵਰ ਕਿ ਤੁਸੀਂ ਕਿਸੇ ਦੇ ਬਿਹਾਫ ਤੇ ਕੋਈ ਕੰਮ ਕਰ ਸਕਦੇ ਹੈਗੇ। ਹੁਣ ਸਿਨੈਰੀਓ ਕੀ ਹੈਗਾ ਕਿ ਜਦ ਤੱਕ ਤਾਂ ਮੈਂ ਤੰਦਰੁਸਤ ਹੈਗਾ, ਆਈ ਕੈਨ ਮੇਕ ਮਾਈ ਡਿਸੀਜਨਸ, ਆਈ ਕੈਨ ਟੇਕ ਮਾਈ ਡਿਸੀਜਨਸ, ਤੇ ਮੈਂ
ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਪਾਵਰ ਆਫ ਅਟਾਰਨੀ ਦੇ ਸਕਦਾ ਹੈ, ਲੈ ਸਕਦਾ, ਵਾਪਸ ਕਰ ਸਕਦਾ ਹੈਗਾ। ਵੈਸੇ ਤਾਂ ਜਦੋਂ ਡੈਥ ਹੁੰਦੀ ਹੈ ਤਾਂ ਪਾਵਰ ਆਫ ਅਟਾਰਨੀ ਦੀ ਵੈਲਿਊ ਖਤਮ ਹੋ ਜਾਂਦੀ ਹੈਗੀ। ਇੱਕ ਇਹਦੇ ਨਾਲ ਇੱਕ ਚੀਜ਼ ਹੁੰਦੀ ਹੈ, ਉਹਨੂੰ ਅਸੀਂ ਕਹਿੰਦੇ ਐਂਡਿਊਰਿੰਗ ਪਾਵਰ ਆਫ ਅਟਾਰਨੀ, ਕਿ ਵਿਅਕਤੀ ਉਹਦੀ ਡੈਥ ਨਹੀਂ ਹੋਈ ਲੇਕਿਨ ਉਹ ਕਿਸੇ ਬ੍ਰੇਨ ਇੰਜਰੀ ਕਰਕੇ ਜਾਂ ਕਿਸੇ ਵੀ ਵਜ੍ਹਾ ਕਰਕੇ ਹੁਣ ਉਹ ਕੋਈ ਫੈਸਲਾ ਲੈਣ ਦੇ ਕਾਬਿਲ ਨਹੀਂ ਰਿਹਾ, ਉਹਦਾ ਬ੍ਰੇਨ ਕੰਮ ਨਹੀਂ ਕਰ ਰਿਹਾ, ਜਾਂ ਬਲਕਿ ਉਹ ਕੋਮਾ ਦੀ ਸਟੇਟ ਦੇ ਵਿੱਚ ਹੈਗਾ। ਹੁਣ ਜਦੋਂ ਉਹ ਤੰਦਰੁਸਤ ਸੀਗਾ ਤਾਂ ਉਹ ਆਪਣੇ ਫੈਸਲੇ ਲੈ ਰਿਹਾ ਸੀ, ਲੇਕਿਨ ਅੱਜ ਦੀ ਡੇਟ 'ਚ ਉਹਦੇ ਕੋਲ ਪਾਵਰ ਆਫ ਅਟਾਰਨੀ ਨਹੀਂ ਹੈਗੀ, ਬਟ ਦੈਟ ਪਰਸਨ ਇਜ਼ ਨਾਓ ਇਨ ਕੋਮਾ। ਹੁਣ ਉਸ ਦੇ ਫੈਸਲੇ ਕੌਣ ਲਵੇਗਾ ਅਗਰ ਉਹ ਪਾਵਰ ਆਫ ਅਟਾਰਨੀ ਨਹੀਂ ਹੈਗੀ? ਹੁਣ ਪਾਵਰ ਆਫ ਅਟਾਰਨੀ ਇਸ ਤਰੀਕੇ ਦੀ ਆਉਂਦੀ ਹੈਗੀ ਜਿਹਨੂੰ ਐਂਡਿਊਰਿੰਗ ਪਾਵਰ ਆਫ ਅਟਾਰਨੀ ਹੁੰਦੀ, ਜਿਹਦੇ ਕਿ ਖਾਸ ਕਰ ਇਹ ਸਿਚੁਏਸ਼ਨਸ ਜਦੋਂ ਕਿ ਹੈਲਥ ਸੰਬੰਧੀ ਕੋਈ ਐਸੀ ਚੀਜ਼ਾਂ ਕਿ ਜਿਹਦੇ ਵਿੱਚ ਉਹ ਵਿਅਕਤੀ ਕੋਈ ਫੈਸਲੇ ਲੈਣ ਦੇ ਕਾਬਿਲ ਨਹੀਂ ਹੁੰਦਾ, ਤੇ ਦੈਨ ਵਾਟ ਹੈਪਨਸ ਕਿ ਉਹ ਜਿਹਨੂੰ ਪਾਵਰ ਆਫ ਅਟਾਰਨੀ ਦਿੱਤੀ ਜਾਂਦੀ ਹੁੰਦੀ ਹੈ ਉਹ ਉਹਦੇ ਬਿਹਾਫ ਦੇ ਉੱਤੇ ਫੈਸਲੇ ਲੈ ਸਕਦਾ ਹੈਗਾ, ਚਾਹੇ ਉਹ ਮੈਡੀਸਨ ਰਿਲੇਟਡ ਹੈਗੇ ਆ, ਉਹਦੀ ਟ੍ਰੀਟਮੈਂਟ ਰਿਲੇਟਡ ਹੈਗੇ ਆ, ਜਾਂ ਉਹਦੀ ਪ੍ਰੋਪਰਟੀ ਰਿਲੇਟਡ ਹੈਗੇ ਆ। ਤੇ ਬਾਈ ਚਾਂਸ ਉਸ ਪਰਸਨ ਦੀ ਡੈਥ ਹੋ ਜਾਵੇ ਤੇ ਫਿਰ ਪਾਵਰ ਆਫ ਅਟਾਰਨੀ ਦਾ ਕੀ? ਫਿਰ ਉਹ ਪਾਵਰ ਆਫ ਅਟਾਰਨੀ ਖਤਮ ਹੋ ਗਈ ਜੀ। ਪਾਵਰ ਆਫ ਅਟਾਰਨੀ ਉਸੇ ਤੱਕ ਹੀ ਕੰਮ ਕਰਦੀ ਜਦ ਤੱਕ ਉਹ ਵਿਅਕਤੀ ਜ਼ਿੰਦਾ ਹੈਗਾ। ਜਦੋਂ ਵਿਅਕਤੀ ਦੀ ਡੈਥ ਹੋਈ ਹੈ ਤਾਂ ਨਾਲ ਦੇ ਨਾਲ ਹੀ ਵਸੀਅਤ ਜਿਹੜੀ ਵਿਲ ਉਸ ਵੇਲੇ ਸ਼ੁਰੂ ਹੋ ਜਾਏਗੀ, ਪਾਵਰ ਆਫ ਅਟਾਰਨੀ ਦੀ ਵੈਲਿਊ ਖਤਮ ਹੋ ਜਾਂਦੀ ਹੈ। ਜੇ ਤੱਕ ਮੈਨੂੰ ਯਾਦ ਆ ਰੀਸੈਂਟਲੀ ਇੱਕ ਮਾਮਲਾ ਵੀ ਅਸੀਂ ਬ੍ਰਿਟਨੀ ਸਪੀਅਰਸ ਦਾ ਆਇਆ ਸੀ ਸ਼ਾਇਦ ਆਪਣੇ ਫਾਦਰ ਦੇ ਨਾਲ, ਕਿ ਉਹ ਪਾਵਰ ਆਫ ਅਟਾਰਨੀ ਦਾ ਹੀ ਸ਼ਾਇਦ ਕੋਈ ਡਿਸਪਿਊਟ ਸੀ ਉਹਨਾਂ ਦਾ। ਜੀ ਬਿਲਕੁਲ, ਉਹੀ ਨਾ, ਇਹ ਜਿਹੜਾ ਪਾਵਰ ਆਫ ਅਟਾਰਨੀ ਹੈਗੀ ਬੜਾ ਆਪਣੇ ਆਪ ਦੇ ਵਿੱਚ ਬੜਾ ਪਾਵਰਫੁਲ ਇਨਸਟਰੂਮੈਂਟ ਹੈ, ਕਿਉਂਕਿ ਜਦੋਂ ਮੈਂ ਪਾਵਰ ਆਫ ਅਟਾਰਨੀ ਕਿਸੇ ਨੂੰ ਦੇਤੀ, ਇਟ ਮੀਨਸ ਕਿ ਹੁਣ ਉਹ ਵਿਅਕਤੀ ਮੇਰੇ ਜਿੰਨੀ ਹੀ ਤਾਕਤ ਰੱਖਦਾ ਹੈ, ਹੁਣ ਉਸ ਨੂੰ ਮਿਸਯੂਜ਼ ਵੀ ਕਰ ਸਕਦਾ ਹੈਗਾ। ਇਸ ਕਰਕੇ ਜਦੋਂ ਅਸੀਂ ਪਾਵਰ ਆਫ ਅਟਾਰਨੀ ਦੇਣੀ ਹੈਗੀ ਆ ਤੇ ਆਪਾਂ ਡੈਫੀਨਿਟਲੀ ਇਹ ਦੇਖਣਾ ਹੈਗਾ ਕਿ ਜਿਸ ਨੂੰ ਅਸੀਂ ਪਾਵਰ ਆਫ ਅਟਾਰਨੀ ਦੇ ਰਹੇ ਹਾਂ ਉਹ ਕੌਣ ਹੈ, ਪਲੱਸ ਉਹਨੂੰ ਕਿੰਨੀਆਂ ਕੁ ਐਗਜ਼ੀਕਿਊਸ਼ਨਸ ਪਾਵਰ ਦੇਣੀਆਂ ਨੇ ਉਸ ਪਾਵਰ ਆਫ ਅਟਾਰਨੀ ਦੇ ਨਾਲ। ਲੇਕਿਨ ਹੁਣ ਇਹਦੇ ਵਿੱਚ ਹੈਗਾ ਕਿ ਆਮ ਤੌਰ ਤੇ ਜੇ ਮੈਂ ਇਹ ਗੱਲ ਕਹਾਂ ਕਿ ਫਿਰ ਤਾਂ ਪਾਵਰ ਆਫ ਅਟਾਰਨੀ ਦੇਣ ਤੋਂ ਡਰਨਾ ਚਾਹੀਦਾ ਹੈ। ਇੱਕ ਸਿਨੈਰੀਓ ਇਹ ਹੈਗਾ ਕਿ ਨਾਰਮਲੀ ਜਿੱਦਾਂ ਆਪਾਂ ਆਮ ਤੌਰ ਤੇ ਗੱਲ ਕਰਦੇ ਹੈਗੇ ਕਿ ਵਿਲ ਦੀ ਗੱਲ ਆਪਾਂ ਛੱਡ ਦਈਏ ਕਿ ਮੇਰੇ ਕੋਲ ਅਜੇ ਇੰਨੀ ਪ੍ਰਾਪਰਟੀ ਨਹੀਂ ਹੈਗੀ, ਮੈਂ ਅਜੇ ਨਵਾਂ ਕੈਨੇਡਾ ਵਿੱਚ ਆਇਆ ਹੈਗਾ, ਮੈਨੂੰ ਅਜੇ ਵਿਲ ਦੀ ਲੋੜ ਨਹੀਂ ਹੈਗੀ, ਜਦੋਂ ਮੇਰੇ ਕੋਲ ਪ੍ਰਾਪਰਟੀਜ਼ ਹੋਣਗੀਆਂ ਆਈ ਕੈਨ ਪ੍ਰੀਪੇਅਰ ਅ ਵਿਲ। ਲੇਕਿਨ ਪਾਵਰ ਆਫ ਅਟਾਰਨੀ ਦੇ ਵਿੱਚ ਕੀ ਹੈਗਾ ਕਿ ਕਦੀ ਵੀ ਤੁਸੀਂ ਆਪਣੇ ਬੈਂਕ ਦੇ ਵਿੱਚ ਅਗਰ ਤੁਹਾਡੇ ਕੋਲ 2 ਸੈਪਰੇਟ ਬੈਂਕ ਅਕਾਊਂਟ ਨੇ ਹਸਬੈਂਡ ਐਂਡ ਵਾਈਫ ਤੇ, ਕਦੀ ਵੀ ਤੁਸੀਂ ਆਪਣੀ ਵਾਈਫ ਜਾਂ ਕਦੀ ਵਾਈਫ ਆਪਣੇ ਹਸਬੈਂਡ ਦੇ ਬੈਂਕ ਵਿੱਚ ਕਾਲ ਕਰੇਗੀ ਤਾਂ ਸ਼ੀ ਨੀਡਸ ਐਨ ਇਨਫੋਰਮੇਸ਼ਨ, ਦੇ ਵਿਲ ਨਾਟ ਪ੍ਰੋਵਾਈਡ ਦ ਇਨਫੋਰਮੇਸ਼ਨ। ਉਹ ਕਹਿਣਗੇ ਵੀ ਜਾਂ ਤਾਂ ਕਨਸੈਂਟ ਲੈ ਕੇ ਆਓ। ਹੁਣ ਕਨਸੈਂਟ ਇਜ਼ ਟਾਈਪ ਆਫ ਪਾਵਰ ਆਫ ਅਟਾਰਨੀ। ਇਟ ਮੀਨਸ ਕਿ ਅਗਰ ਬੰਦਾ ਅਚਾਨਕ ਐਕਸੀਡੈਂਟ ਦੇ ਵਿੱਚ ਉਹਦੀ ਕੋਈ ਪ੍ਰੋਬਲਮ ਆ ਗਈ, ਹੀ ਕਾਂਟ ਵਰਕ, ਉਹ ਆਪਣੇ ਡਿਸੀਜਨ ਨਹੀਂ ਲੈ ਸਕਦਾ ਹੈਗਾ, ਤਾਂ ਵਾਟ ਵਿਲ ਹੈਪਨ, ਤੁਹਾਡਾ ਬੈਂਕ ਦੇ ਵਿੱਚ ਪੈਸਾ ਪਿਆ ਹੈਗਾ ਬਟ ਯੂ ਕਾਂਟ ਯੂਜ਼ ਦੈਟ, ਕਿਉਂਕਿ ਉਹ ਵਿਅਕਤੀ ਜਿਸ ਦੇ ਨਾਮ ਤੇ ਉਹ ਪੈਸਾ ਹੈਗਾ ਹੀ ਕਾਂਟ ਟੇਕ ਦ ਡਿਸੀਜਨਸ, ਲੇਕਿਨ ਤੁਹਾਡੇ ਕੋਲ ਉਹਦੀ ਅਥਾਰਟੀ ਨਹੀਂ ਹੈਗੀ। ਸੋ ਐਟਲੀਸਟ ਵਿਲ ਤੋਂ ਪ੍ਰਪੇਅਰ ਕਰਨ ਤੋਂ ਪਹਿਲਾਂ ਪਾਵਰ ਆਫ ਅਟਾਰਨੀਜ਼ ਤਾਂ ਹਰ ਇੱਕ ਦੇ ਕੋਲ ਹੋਣੀ ਹੀ ਚਾਹੀਦੀ ਹੈ ਕਿ ਅਸੀਂ ਕਿਸੇ ਵਿਅਕਤੀ ਨੂੰ, ਚਾਹੇ ਸਾਡਾ ਪਾਰਟਨਰ ਹੈਗਾ, ਉਹਨੂੰ ਅਸੀਂ ਇਹ ਪਾਵਰ ਆਫ ਅਟਾਰਨੀ ਜ਼ਰੂਰ ਦਈਏ ਕਿ ਅਗਰ ਮੈਨੂੰ ਕੁਝ ਹੋ ਗਿਆ, ਮੈਂ ਅਗਰ ਕੋਈ ਡਿਸੀਜਨ ਲੈਣ ਦੇ ਕਾਬਿਲ ਨਹੀਂ ਰਿਹਾ ਤੇ ਦਿਸ ਟਾਈਪ ਆਫ ਐਗਜ਼ੀਕਿਊਸ਼ਨਸ ਹੈਜ਼ ਬਿਨ, ਇਹ ਡਿਸੀਜਨ ਤੁਸੀਂ ਲੈਣਾ ਜਾਂ ਪੈਸੇ ਨੂੰ ਇਸ ਤਰੀਕੇ ਨਾਲ ਇਸਤੇਮਾਲ ਕਰਨਾ ਹੈ। ਇਹ ਪਾਵਰ ਆਫ ਅਟਾਰਨੀ ਜਦੋਂ ਆਪਾਂ ਇੱਕ ਵਾਰੀ ਦਿੰਦੇ ਹਾਂ ਇਹਨੂੰ ਵਾਪਸ ਵੀ ਲਿਆ ਜਾ ਸਕਦਾ ਹੈ? ਜੀ ਬਿਲਕੁਲ, ਪਾਵਰ ਆਫ ਅਟਾਰਨੀ ਕਿਉਂਕਿ ਮੈਂ ਜਿੰਦੇ ਜੀ ਜਿੰਨੀ ਵਾਰੀ ਮਰਜ਼ੀ ਮੈਂ ਇਹਨੂੰ ਦੇ ਸਕਦਾ ਹਾਂ ਔਰ ਪਾਵਰ ਆਫ ਅਟਾਰਨੀ ਵਾਪਸ ਵੀ ਲੈ ਸਕਦਾ। ਇਹ ਮੇਰੇ ਵੱਲੋਂ ਦਿੱਤਾ ਹੋਇਆ ਰਾਈਟ ਹੈਗਾ। ਰਾਈਟ ਬੇਸਿਕਲੀ ਮੇਰਾ ਹੀ ਹੈਗਾ ਆ, ਲੇਕਿਨ ਮੈਂ ਰਾਈਟ ਵੰਡਿਆ ਹੈਗਾ ਆ, ਉਸ ਤੋਂ ਵਾਪਸ ਲੈਣ ਦਾ ਰਾਈਟ ਮੇਰਾ ਜਦੋਂ ਮਰਜ਼ੀ ਹੈਗਾ, ਖੁੱਲਾ ਹੈਗਾ, ਮੈਂ ਕਦੀ ਵੀ ਪਾਵਰ ਆਫ ਅਟਾਰਨੀ ਵਾਪਸ ਲੈ ਸਕਦਾ। ਜੀ ਬਿਲਕੁਲ ਵਿਕਰਮ ਜੀ, ਸਮਾਂ ਹੁਣ ਲਗਭਗ ਆਪਣਾ ਇਜਾਜ਼ਤ ਲੈਣ ਦਾ ਹੋ ਰਿਹਾ, ਸੋ ਸਾਡੇ ਦਰਸ਼ਕ ਇਸ ਵਕਤ ਜਿਹੜੇ ਤੁਹਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਕੁਝ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ? ਤਰਨ ਜੀ, ਤੁਹਾਡੇ ਮਾਰਫਤ ਮੈਂ ਜਿਹੜਾ ਮੈਸੇਜ ਇੱਥੇ ਦੇਣਾ ਚਾਹਾਂਗਾ ਕਿ ਅਕਸਰ ਇਹ ਚੀਜ਼ ਹੈਗੀ ਆ, ਮੈਂ ਜੋ ਆਪਣੇ ਐਡਵਾਈਜ਼ਰ ਆਪਣੇ ਕਲਾਇੰਟਸ ਨੂੰ ਇਹ ਗੱਲ ਕਹਿਣਾ ਐਡਵਾਈਸ ਦਿੰਦਾ ਹੁੰਦਾ ਕਿ ਜੋ ਕੁਝ ਵੀ ਤੁਸੀਂ ਬਣਾਇਆ ਹੈ ਹੁਣ ਤੱਕ, ਉਸ ਨੂੰ ਇੱਕ ਕਾਗਜ਼ ਦੇ ਉੱਤੇ ਜ਼ਰੂਰ ਉਤਾਰੋ ਕਿ ਤੁਹਾਡੇ ਕੋਲ ਕੀ ਐਸੈਟਸ ਹੈਗੀਆਂ, ਤੁਹਾਡੀਆਂ ਕੀ ਲਾਇਬਿਲਿਟੀਜ਼ ਹੈਗੀਆਂ ਨੇ, ਤਾਂ ਕਿ ਅਚਾਨਕ ਇੱਕ ਦਿਨ ਅਗਰ ਤੁਸੀਂ ਨਾ ਰਹੋ ਤਾਂ ਤੁਹਾਡੇ ਘਰਦਿਆਂ ਦੇ ਕੋਲ ਜਾਂ ਤੁਹਾਡੇ ਬੈਨੀਫਿਸ਼ਰੀਜ਼ ਕੋਲ, ਤੁਹਾਡੇ estate ਦੇ ਕੋਲ ਇਹ ਪਤਾ ਜ਼ਰੂਰ ਹੋਵੇ ਕਿ ਕਿਸ ਜਗ੍ਹਾ ਤੇ ਉੱਥੇ ਕੀ ਪ੍ਰਾਪਰਟੀ ਹੈ ਔਰ ਕਿੰਨੀ ਪ੍ਰਾਪਰਟੀ ਕਿਸ ਜਗ੍ਹਾ ਤੇ ਔਰ ਕਿੰਨੀ ਉਹਦੀ ਵੈਲਿਊ ਹੈਗੀ ਆ। ਸੈਕੰਡ ਇੱਕ ਚੀਜ਼ ਬੜੀ ਇੰਪੋਰਟੈਂਟ ਹੈਗੀ ਕਿ ਅੱਜ ਕੱਲ੍ਹ ਹਰ ਚੀਜ਼ ਡਿਜੀਟਲਾਈਜ਼ ਹੈਗੀ ਆ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਨਲਾਈਨ ਸਟੋਰ ਕਰਦੇ ਹੈਗੇ ਆ, ਕਲਾਊਡਸ ਦੇ ਵਿੱਚ ਸਟੋਰ ਕਰਦੇ ਹੈਗੇ ਆ, ਤੇ ਉਹਨਾਂ ਦੇ ਪਾਸਵਰਡ, ਸਾਡੇ ਈਮੇਲ ਦੇ ਪਾਸਵਰਡਸ ਐਟਲੀਸਟ ਸਾਡੇ ਕਰੀਬੀਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਤਾਂ ਕਿ ਉਸ ਤੋਂ ਬਾਅਦ ਅਸੀਂ ਉਸ ਇਨਫੋਰਮੇਸ਼ਨ ਨੂੰ ਐਕਸੈਸ ਕਰ ਸਕੀਏ। ਤੇ ਅਗਰ ਕੋਈ ਚੀਜ਼ ਆਨਲਾਈਨ ਹੈਗੀ ਆ, ਕਿਉਂਕਿ ਬਹੁਤ ਸਾਰੀਆਂ ਜਿੱਦਾਂ ਟ੍ਰਾਂਜੈਕਸ਼ਨਸ ਅੱਜਕੱਲ ਆਨਲਾਈਨ ਹੋ ਰਹੀਆਂ ਨੇ, ਲੇਕਿਨ ਫੈਮਲੀਜ਼ ਨੂੰ ਉਹਨਾਂ ਦੇ ਪਾਸਵਰਡਸ ਨਹੀਂ ਪਤਾ ਔਰ ਫਿਰ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ, ਬਹੁਤ ਸਮਾਂ ਲੱਗ ਜਾਂਦਾ ਹੈਗਾ ਉਸ ਚੀਜ਼ ਨੂੰ ਸੈਟਲ ਕਰਨ ਦੇ ਵਿੱਚ। ਛੋਟੀ ਜਿਹੀ ਐਕਸਰਸਾਈਜ਼ ਹੈਗੀ ਹੈ, ਵੈਸੇ ਯੂ ਕੈਨ ਕਾਲ ਅਸ ਤੇ ਜਾਂ ਤੁਸੀਂ ਈਮੇਲ ਕਰਕੇ, ਅਸੀਂ ਇੱਕ ਫਾਰਮੈਟ ਹੈਗਾ ਜਿਹਦੇ ਵਿੱਚ ਤੁਸੀਂ ਇਹ ਸਾਰਾ ਡਾਟਾ ਆਪਣੇ ਕੋਲ ਭਰ ਕੇ ਰੱਖ ਸਕਦੇ ਹੋ। ਤੁਹਾਡੀ ਫੈਮਿਲੀ ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਤੁਹਾਡੇ ਕੋਲ ਕਿੱਥੇ ਕਿੱਥੇ ਕਿਹੜੀ ਇਨਵੈਸਟਮੈਂਟਸ ਪਈਆਂ ਨੇ, ਪਲੱਸ ਹੈਗਾ ਕਿ ਉਹਦਾ ਐਗਜ਼ੀਕਿਊਟਰ ਕੌਣ ਹੈ, ਯਾਨੀ ਕਿ ਤੁਹਾਡਾ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਕੌਣ ਹੈ, ਤੁਹਾਡਾ ਲਾਇਰ ਕੌਣ ਹੈਗਾ, ਤੁਹਾਡਾ ਕੰਸਲਟੈਂਟ ਕੌਣ ਹੈਗਾ, ਤਾਂ ਕਿ ਜਦੋਂ ਵੀ
ਕੋਈ ਇਦਾਂ ਦੀ ਸਿਚੁਏਸ਼ਨ ਆਵੇ ਤੇ ਇੱਧਰ ਉੱਧਰ ਭੱਜਣ ਦੀ ਬਜਾਏ ਐਟਲੀਸਟ ਦੇ ਕੈਨ ਕਾਲ ਐਨੀਵਨ ਕਿ ਹਾਂ ਵੀ ਆਹ ਸਿਚੁਏਸ਼ਨ ਹੋਈ ਹੈ ਕਿ ਨਾਓ ਹਾਊ ਟੂ ਡੀਲ ਦਿਸ। ਬਿਲਕੁਲ ਜੀ, ਛੋਟੀ ਜਿਹੀ ਐਕਸਰਸਾਈਜ਼ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੀ। ਥੈਂਕ ਯੂ ਸੋ ਮਚ ਵਿਕਰਮ ਜੀ, ਸਾਡੇ ਨਾਲ ਜਾਣਕਾਰੀ ਦੇਣ ਲਈ, ਸਾਡੇ ਨਾਲ ਸਮਾਂ ਸਾਂਝਾ ਕਰਨ ਦੇ ਲਈ। ਤੇ ਜੇਕਰ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ, ਕਦੋਂ ਕਿਵੇਂ ਕਿੱਥੇ ਕਰ ਸਕਦਾ? they can contact us on 4167260307 ਜਾਂ ਫਿਰ ਸਾਡੀ ਈਮੇਲ ਹੈਗੀ ਹੈ info@truepax.ca। ਤੁਸੀਂ ਸਾਨੂੰ ਕਦੇ ਵੀ ਕੰਟੈਕਟ ਕਰ ਸਕਦੇ ਹੋ। ਇੰਸ਼ੋਰੈਂਸ, ਇਨਵੈਸਟਮੈਂਟਸ ਦੇ ਸੰਬੰਧੀ ਜਾਂ ਟਰੈਵਲ ਇੰਸ਼ੋਰੈਂਸ ਦੇ ਸੰਬੰਧੀ ਕਦੀ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਯੂ ਆਰ ਮੋਸਟ ਵੈਲਕਮ ਟੂ ਕਾਲ ਅਸ। ਜੀ, ਥੈਂਕ ਯੂ ਸੋ ਮਚ ਸਾਡੇ ਸਟੂਡੀਓ ਚ ਆਉਣ ਲਈ। ਥੈਂਕ ਯੂ ਜੀ, ਥੈਂਕ ਸੋ ਯੂ। ਦੋਸਤੋ, ਇਸੇ ਸਾਡਾ ਪ੍ਰੋਗਰਾਮ ਪੈਸਾ ਤੇ ਲਾ, ਉਮੀਦ ਕਰਦੇ ਹਾਂ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਕੋਈ ਹੋਰ ਜਾਣਕਾਰੀ ਚਾਹੀਦੀ ਹੈ, ਤੁਸੀਂ ਵਿਕਰਮ ਜੀ ਨੂੰ ਉਹਨਾਂ ਦੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।